श्री वाहेगुरु साहिब जी। तनासरी महला चौथा। हर हर बूंद भये हर स्वामी, हम चात्रिक बिलल बिल लाती। हर हर कृपा करहु प्रभ अपनी, मुख देवहु हर निम खाती। हर हर बूंद भये हर स्वामी, हम चात्रिक बिलल बिल लाती। हर हर कृपा करहु प्रभ अपनी, मुख देवहु हर निम खाती। हर बिन रह न सको एक राती, ज्यों बिन अमल अमली मर जाई है, त्यों हर बिन हम मर जाती। रहाऊ तुम हर सरवर अत अगाह, हम लह न सकै अंत माती। तू परै परै अपरंपर स्वामी, मित जानो आपन गाती। हर के संत जना हर जपेओ, गुर रंग चलू लहराती। हर हर भगत बनी अत शोभा, हर जपेओ उत्तम पाती। आपे ठाकुर आपे सेवक, आप बनावै पाती। नानक जन तुमरी सरनाई, हर राखो लाज पगाती। आपे ठाकुर आपे सेवक, आप बनावै पाती। नानक जन तुमरी सरनाई, हर राखो लाज पगाती। वाहिगुरु जी का खालसा, वाहिगुरु जी की फतेह। सतगुरु गरीब नवाज पतित पावन भगत वत्सल कृपा दे खजाने जुगो जुग टल सतगुरु धन श्री गुरु ग्रंथ साहिब सच्चे पातशाह जी की पावन पवित्र हजूरी विच सज के गुरु की संगतां ने आशा जी दी वार दे कीर्तन का आनंद माणिया है। रागी जत्थे ने बहुत ही भावना प्रेम सहित गुरु की बाणी का कीर्तन सरवण करवाया है। कीर्तन निर्मोलक हीरा, हजूर का हुक्म है कि दुनियावी महंगे तो महंगे चंगे तो चंगे बहुत वधिया क्वालिटी के हीरियां का मुल पाया जा सकता। उन्हां दी कोई कीमत हुंदी है। हाँ महंगे हो सकते ने पर कीमत उन्हां दी उलीकी जा सकती है कि ये हीरा इन्नी कीमत का है। महाराज कहते भाई असल विच परमात्मा का नाम हीरा है, क्योंकि
हजूर दा हुक्म है, बहुत शास्त्र बहुत सिमरती पेखे सर्ब ढंढोल, पूजस नाही हर हरे नानक नाम अमोल। ਇਹਦਾ ਮੁੱਲ नहीं पाया जा सकता। ਤੇ ਕੀ ਰਤਨ, ਮਹਾਰਾਜ ਕਹਿੰਦੇ ਕੀ ਹਨ ਇਹਦੇ ਬਰਾਬਰ ਰਤਨ, ਕੁਝ ਵੀ ਨਹੀਂ ਹਨ। ਕੀਰਤਨ ਨਿਰਮੋਲ ਕਹੀਰਾ, ਆਨੰਦ ਗੁਣੀ ਗਹੀਰਾ। ਇਹ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਐਸੀ ਮਹਾਨ ਮਹਿਮਾ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਥਵਾ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਉਸ ਕਿਰਪਾ ਦਾ ਦੁਆਰਾ ਗੁਰੂ ਕੀਆਂ ਸਿੱਖ ਸੰਗਤਾਂ ਦੇਸ਼ ਵਿਦੇਸ਼ਾਂ ਦੇ ਵਿੱਚ, ਪਿੰਡਾਂ ਸ਼ਹਿਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕੀਰਤਨ ਦਾ ਆਨੰਦ ਮਾਣਦੀਆਂ ਹਨ, ਅਥਵਾ ਕੀਰਤਨ ਸਮਾਗਮ ਕਰ ਕਰਕੇ ਆਨੰਦ ਲੈ ਰਹੀਆਂ ਹਨ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਪੰਚਮ ਪਾਤਸ਼ਾਹੀ ਤੋਂ ਵਰੋਸਾਏ ਹੋਏ ਇਸ ਅਸਥਾਨ 'ਤੇ ਸਤਿਗੁਰੂ ਕੀਆਂ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ, ਦੂਰਾਂ ਦਰੇਡਿਆਂ ਤੋਂ ਸਾਡੇ 'ਤੇ ਰਹਿਮਤ ਕਰਕੇ ਸਾਨੂੰ ਆਪਣੇ ਪਾਸ ਬੁਲਾਇਆ। ਗੁਰੂ ਕਾ ਸਿੱਖ ਰੋਜ਼ ਅਰਦਾਸਾਂ ਕਰਦਾ ਹੈ ਕਿ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋ ਜਾਣ, ਪਵਿੱਤਰ ਸਰੋਵਰ ਵਿੱਚ ਅਸੀਂ ਇਸ਼ਨਾਨ ਕਰ ਸਕੀਏ। ਸਤਿਗੁਰੂ ਜੀ ਨੇ ਇਹ ਵੀ ਬਖਸ਼ਿਸ਼ਾਂ ਕੀਤੀਆਂ ਜਿਸ ਦੀ ਲੋਚਾ ਮਨ ਵਿੱਚ ਹਮੇਸ਼ਾ ਲੱਗੀ ਰਹਿੰਦੀ ਹੈ। ਸਤਿਗੁਰੂ ਜੀ ਨੇ ਬਹੁਤ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ 'ਤੇ ਮਿਹਰ ਕੀਤੀ। ਅੱਜ ਦਰਸ਼ਨ ਇਸ਼ਨਾਨ ਬਖਸ਼ੇ, ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ, ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ। ਸੋ ਇਹ ਵੀ ਮਹਾਰਾਜ ਦੀ ਬਖਸ਼ਿਸ਼ ਹੈ। ਸਾਧ ਸੰਗਤ ਜੀ, ਐਸੀ ਵੱਡੀ ਕਿਰਪਾ ਹੈ ਗੁਰੂ ਕੇ ਮਹਾਰਾਜ ਦੇ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਬੇਅੰਤ ਹੀ ਬੇਅੰਤ ਹੈ। ਇਹ ਠੀਕ ਹੈ ਕਿ ਕੁਝ ਕਥਾਵਾਂ ਗਾਥਾਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਰਿਪੀਟ ਕੀਤਾ। ਅਸੀਂ ਜਾਣਦੇ ਹਾਂ, ਸਾਡੇ ਮਨ ਵਿੱਚ ਸ਼ਰਧਾ ਵੱਧਦੀ ਹੈ ਉਹ ਸੁਣ ਕੇ। ਜਿਵੇਂ ਬੀਬੀ ਰਜਨੀ ਦੇ ਪਤੀ ਦਾ ਕੋਹੜ ਹਟ ਜਾਣਾ, ਜਾਂ ਇਸ ਸਦੀ ਦੇ ਵਿੱਚ ਵੀ ਬੇਅੰਤ ਗੁਰੂ ਕੇ ਸਿੱਖ ਸ਼ਰਧਾਲੂ, ਗੁਰੂ ਨਾਨਕ ਸਾਹਿਬ ਜੀ 'ਤੇ ਸ਼ਰਧਾ ਰੱਖਣ ਵਾਲੇ ਗੈਰ ਸਿੱਖ ਵੀ, ਨਾਸਾ ਵਰਗੇ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਵਿਗਿਆਨੀ, ਵਾਸਦੇਵ ਵਰਗੇ ਵੀ ਇੱਥੇ ਆਏ ਜਿਨ੍ਹਾਂ ਦੇ ਕੈਂਸਰ ਦੇ ਰੋਗ ਹਟੇ। ਬੇਅੰਤਾਂ ਗੁਰਮੁਖ ਪਿਆਰਿਆਂ ਦੀਆਂ ਜਿਨ੍ਹਾਂ ਦੀ ਨਜ਼ਰ ਹੀ ਖਤਮ ਹੋ ਚੁੱਕੀ ਸੀ, ਨਿਗਾਹ ਵਾਪਸ ਆ ਗਈ। ਇਹੋ ਜਿਹੇ ਕੌਤਕ ਅੱਜ ਵੀ ਵਰਤੇ ਨੇ, ਕਿਉਂਕਿ ਜੋ ਗੁਰ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਨਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿੱਥੇ ਇਹ ਗੁਰੂ ਕੀ ਬਾਣੀ ਪਹਿਲਾਂ ਵੀ ਸੱਚੀ ਸੀ, ਅੱਜ ਵੀ ਸੱਚੀ ਹੈ, ਅਖੀਰ ਨੂੰ ਵੀ ਸੱਚੀ ਰਹੇਗੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵੀ ਗੁਰੂ ਸਾਹਿਬ ਦੇ ਹੁੰਦਿਆਂ ਵੀ ਪ੍ਰਤੱਖ ਵਾਪਰਦੀਆਂ ਸਨ, ਅੱਜ ਵੀ ਵਾਪਰ ਰਹੀਆਂ ਹਨ ਅਤੇ ਆਉਣ ਵਾਲੇ ਰਹਿੰਦੇ ਸਮੇਂ ਵਿੱਚ ਹਮੇਸ਼ਾ ਲਈ ਵਰਤਦੀਆਂ ਰਹਿਣਗੀਆਂ। ਇਸ ਵਾਸਤੇ ਭਾਗਾਂ ਨਾਲ ਜੇ ਸੁਭਾਗ ਮਿਲਿਆ ਹੈ ਅਤੇ ਮਨ ਵਿੱਚ ਰੱਤੀ ਮਾਤਰ ਵੀ ਆਲਸ ਨਹੀਂ ਕਰਨਾ। ਗੁਰੂ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨੇ ਹਨ। ਕਈ ਵਾਰ ਕਿਸੇ ਕੰਮ ਦੀ ਜਲਦੀ ਹੋਣ ਕਾਰਨ, ਜਲਦੀ ਵਾਪਸ ਜਾਣ ਕਾਰਨ, ਜਾਂ ਐਵੇਂ ਸਰੀਰ ਦੇ ਢਿੱਲੇ ਮਿੱਸੇ ਹੋਣ ਦਾ ਬਹਾਨਾ ਹੀ ਮਨ ਬਣਾ ਲੈਂਦਾ ਹੈ। ਨਹੀਂ ਭਾਈ, ਇੱਥੇ ਤੇ ਤੰਦਰੁਸਤੀਆਂ ਮਿਲਦੀਆਂ ਨੇ, ਸਾਰੀਆਂ ਢਲਿਆਈਆਂ ਦੂਰ ਹੁੰਦੀਆਂ ਨੇ। ਇਸ ਲਈ ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਜ਼ਰੂਰ ਕਰਨਾ ਹੈ। ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਜੋ ਅੰਮ੍ਰਿਤ ਵੇਲੇ ਸਮੁੱਚੀ ਇਲਾਕਾਈ ਦਾ ਭਲਾ ਕਰਨ ਵਾਸਤੇ, ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਪਵਿੱਤਰ ਸ੍ਰੀ ਮੁਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਵਿਚਾਰ ਦਾ ਸਮਾਂ ਆਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਬੇਅੰਤ ਗੁਰੂ ਕੀਆਂ ਸੰਗਤਾਂ ਮੀਡੀਆ ਦੇ ਰਾਹੀਂ, ਟੈਲੀਵਿਜ਼ਨਾਂ 'ਤੇ, ਇੰਟਰਨੈੱਟ 'ਤੇ, ਫੇਸਬੁੱਕ 'ਤੇ
ਇਸ ਮਹਾਨ ਸਮਾਗਮ ਦਾ, ਗੁਰਮਤਿ ਸਮਾਗਮ ਦਾ, ਗੁਰੂ ਕੀ ਕਥਾ ਦਾ, ਕੀਰਤਨ ਦਾ ਥਾਵਾਂ ਥਾਵਾਂ 'ਤੇ ਆਨੰਦ ਮਾਣ ਰਹੇ ਨੇ। ਬੇਅੰਤ ਗੁਰੂ ਕੇ ਪਿਆਰੇ, ਗੁਰੂ ਨਾਲ ਜੁੜੇ ਹੋਏ ਨਾਮ ਅਭਿਆਸੀ, ਸੋ ਨਾਮ ਦੇ ਰਸੀਏ, ਨਿਤਨੇਮੀ, ਰਹਿਤ ਵਿੱਚ ਤਿਆਰ ਬਰਤਿਆਰ, ਐਸੇ ਗੁਰੂ ਕੇ ਸਿੱਖ ਬੇਅੰਤ ਹਨ। ਸੋ ਐਸੇ ਗੁਰੂ ਕੇ ਸਿੱਖ ਜਗਿਆਸੂ ਵੀ ਹਨ ਜੋ ਇਸ ਤਲਾਸ਼ ਵਿੱਚ ਹਨ, ਇਸ ਭਾਲ ਵਿੱਚ ਹਨ ਕਿ ਸਾਨੂੰ ਗੁਰੂ ਕਾ ਉਪਦੇਸ਼ ਮਿਲੇ, ਸਾਨੂੰ ਗੁਰੂ ਕੇ ਉਪਦੇਸ਼ ਦੁਆਰਾ ਸਮਝ ਲੱਗ ਸਕੇ ਕਿ ਅਸੀਂ ਗੁਰਮਤਿ ਦੇ ਗਾਡੀ ਰਾਹ 'ਤੇ ਚੱਲ ਸਕੀਏ। ਸੋ ਸਤਿਗੁਰੂ ਪਾਤਸ਼ਾਹ ਜੀ ਸਭਨਾਂ ਲਈ, ਜਿਨ੍ਹਾਂ ਦੇ ਪਾਸ ਬੇਅੰਤ ਗੁਣਾਂ ਦੇ ਖਜ਼ਾਨੇ ਪਹਿਲਾਂ ਹੀ ਬਖਸ਼ਿਸ਼ ਕੀਤੇ ਨੇ, ਸਤਿਗੁਰੂ ਜੀ ਹੁਕਮ ਕਰਦੇ ਨੇ ਨਾਨਕ ਨਿਰਗੁਣ ਗੁਣ ਕਰੇ। ਜਿਨ੍ਹਾਂ ਕੋਲ ਗੁਣ ਨਹੀਂ, ਮਹਾਰਾਜ ਜੀ ਉਹਨਾਂ ਨੂੰ ਗੁਰਮਤਿ ਦੇ ਗੁਣ ਬਖਸ਼ ਦਿੰਦੇ ਨੇ, ਵਡਿਆਈਆਂ ਨਾਲ ਭੰਡਾਰੇ ਭਰ ਦਿੰਦੇ ਨੇ। ਅਤੇ ਜਿਨ੍ਹਾਂ ਕੋਲੇ ਗੁਣ ਪਹਿਲਾਂ ਮਹਾਰਾਜ ਨੇ ਸਤ ਸੰਤੋਖ, ਦਇਆ, ਧੀਰਜ, ਖਿਮਾ ਵਰਗੇ ਸੋ ਭਉ ਭਗਤੀ ਦੇ ਗੁਣ ਬਖਸ਼ੇ ਨੇ, ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵੀ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਗੁਣਵੰਤਿਆਂ ਗੁਣ ਦੇ, ਜਿਹੜੇ ਗੁਣਾਂ ਨਾਲ ਪਹਿਲੇ ਭਰਪੂਰ ਹੈ, ਸਤਿਗੁਰੂ ਦੇ ਪਾਸ ਤਾਂ ਉਦੋਂ ਵੱਡਾ ਖਜ਼ਾਨਾ ਨਾ, ਸਤਿਗੁਰੂ ਜੀ ਹੋਰ ਗੁਣ ਬਖਸ਼ਿਸ਼ ਦਿੰਦੇ ਹਨ। ਸੋ ਇਸ ਵਾਸਤੇ ਆਓ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹੀ ਦੀ ਬਾਣੀ ਦੀ ਕਥਾ ਮਨ ਚਿੱਤ ਇਕਾਗਰ ਕਰਕੇ ਗੁਰੂ ਸਾਹਿਬ ਨਾਲ ਚਿੱਤ ਜੋੜ ਕੇ ਗੁਰੂ ਕੀ ਬਾਣੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਇਹ ਕਿਰਪਾ ਕਰ ਰਹੇ ਨੇ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 668 ਦੇ ਉੱਪਰ ਸੁਸ਼ੋਭਿਤ ਹੈ ਬਾਣੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਿਸ ਤਰ੍ਹਾਂ ਕਰੀਏ, ਉਸ ਦੀ ਕਿੰਨੀ ਕੁ ਵੱਡੀ ਮਹਿਮਾ ਹੈ, ਉਹ ਕਿਵੇਂ ਸਾਨੂੰ ਬਖਸ਼ਿਸ਼ ਕਰ ਸਕਦਾ ਹੈ, ਉਹਦੀਆਂ ਬਖਸ਼ੇ ਦੀਆਂ ਨਿਸ਼ਾਨੀਆਂ ਕੀ ਹਨ। ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਸਮਝਾਉਣਾ ਕਰੋ, ਆਪ ਬਖਸ਼ਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਰੋਜ਼ਾਨਾ ਹੀ ਜਗਤ ਜਲੰਦੇ ਨੂੰ ਉਤਾਰਦੇ ਹੋ, ਸਾਡੇ 'ਤੇ ਹੀ ਬਖਸ਼ਿਆ ਕਰੋ ਕਿ ਅਸੀਂ ਕਿਵੇਂ ਅਨੁਭਵ ਕਰੀਏ ਕਿ ਪਰਮਾਤਮਾ ਦੇ ਲੱਖਣ ਕਿਹੋ ਜਿਹੇ ਨੇ, ਪਰਮਾਤਮਾ ਕਿੱਡਾ ਕੁ ਵੱਡਾ ਹੈ। ਉਹਦੇ ਨਾਲ ਭੇਦਤਾ ਪਾਉਣ ਵਾਸਤੇ ਸਾਨੂੰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਹੀ ਇਹ ਉਪਦੇਸ਼ ਬਖਸ਼ਦੇ ਹਨ ਕਿ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਸਿੱਖੋ, ਅਰਦਾਸ ਕਰੋ, ਗੁਰੂ ਕੇ ਸਿੱਖੋ। ਸਭ ਤੋਂ ਵੱਡੀ ਅਰਦਾਸ ਹੈ। ਅਰਦਾਸ ਕੀ ਹੈ ਸਾਧ ਸੰਗਤ ਜੀ? ਅਰਦਾਸ ਹੈ ਨਿਮਰਤਾ ਸਹਿਤ, ਸ਼ਰਧਾ ਸਹਿਤ ਸਤਿਗੁਰੂ ਦੇ ਪਾਸ ਫਰਿਆਦ ਕਰਨੀ ਕਿ ਮਹਾਰਾਜ ਜੀ ਸਾਡਾ ਆਹ ਕਾਰਜ ਪੂਰਾ ਕਰੋ, ਸਾਡੇ ਮਨ ਦਾ ਟਿਕਾ ਬਖਸ਼ੋ, ਮਨ ਦੀ ਭ੍ਰਮਣਤਾ ਬਖਸ਼ੋ। ਖਿਨ ਖਨ ਮਾਤਰ ਦੇ ਮਨ ਵਿੱਚ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੇ ਤਾਂ ਬੜੀਆਂ ਵੱਡੀਆਂ ਛਾਲਾਂ ਮਾਰ ਦਿੰਦਾ ਏ, ਸਾਧ ਸੰਗਤ ਵਿੱਚ ਮਿਲ ਕੇ 20 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨ ਲੱਗ ਪੈਂਦਾ ਹੈ। ਕਬਹੂ ਜਾਏ ਪਿਆਲੇ, ਤੇ ਕਦੇ ਇਹ ਨਿਤਨੇਮ ਵੀ ਨਹੀਂ ਕਰਦਾ। ਮਹਾਰਾਜ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਇਹ ਮਨ ਸਾਡਾ ਸਥਿਰ ਰਹੇ ਕਿ ਗੁਰੂ ਨਾਲ ਜੁੜਿਆ ਰਹੇ, ਸਾਡੀ ਭਾਵਨਾ ਸਥਿਰ ਬਣੀ ਰਹੇ। ਇਹ ਆਪ ਜੀ ਕਿਰਪਾ ਕਰੋ। ਮੁੜ ਤੋਂ ਉਚਾਰੋ ਜੀ। ਹਰ ਹਰ ਬੂੰਦ ਭਏ ਹਰ ਸੁਆਮੀ। ਸਤਿਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਮਾਲਕ ਆਪ ਬਦਲ ਦੀ ਰਿਆਈ ਨਿਆਈ ਹੋ। ਅਸੀਂ ਪਪੀਹੇ ਦੀ ਨਿਆਈ ਹਾਂ, ਸਾਡੀ ਆਪ ਤੱਕ ਪਹੁੰਚ ਕੋਈ ਨਹੀਂ, ਪਰ ਜਿਵੇਂ ਪਪੀਹਾ ਦਿਨ ਰਾਤ ਪ੍ਰਿਓ ਆਪਣੇ ਪਿਆਰੇ ਦਾ ਜਾਪ ਕਰਦਾ ਹੈ,
ਤੇ ਇੱਕ ਦਿਨ ਉਹਦੀ ਫਰਿਆਦ ਸੁਣੀ ਜਾਂਦੀ ਹੈ, ਉਸ ਨੂੰ ਸਵੰਤੀ ਬੂੰਦ ਮਿਲ ਜਾਂਦੀ ਹੈ। ਸੋ ਜਿਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ ਕਿ ਭਾਈ ਜਦੋਂ ਰਾਤ ਦਿਨ ਅਸੀਂ ਪਰਮਾਤਮਾ ਦਾ ਨਾਮ ਵਾਹਿਗੁਰੂ 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 ਜਪਿਆ ਤੇ ਜ਼ਰੂਰ ਸਾਡੀ ਫਰਿਆਦ ਮਹਾਰਾਜ ਦੇ ਤੱਕ ਪਹੁੰਚੇਗੀ। ਤੇ ਜਦੋਂ ਪਹੁੰਚ ਗਈ ਤੇ ਉਹ ਸੁਣੇਗਾ ਜ਼ਰੂਰ, ਤੇ ਫਿਰ ਸਾਡੇ ਦੁੱਖ ਦੀ ਨਿਵਰਤੀ ਕਰੇਗਾ, ਸਾਡੀ ਫਰਿਆਦ ਦੀ ਪੂਰਤੀ ਕਰੇਗਾ। ਇਹ ਉਸ ਦਾ ਸੁਭਾਅ ਹੈ, ਕਿਉਂਕਿ ਸੁਭਾਅ ਅਲੱਗ-ਅਲੱਗ ਹੁੰਦੇ ਨੇ। ਪਰਮਾਤਮਾ ਦਾ ਸੁਭਾਅ ਹੈ ਕਿ ਜੀਵਾਂ ਦਾ ਸੁਧਾਰ ਕਰਨਾ, ਜੀਵਾਂ ਦੇ ਉੱਪਰ ਕਿਰਪਾ ਕਰਨੀ ਹੈ। ਇਹ ਉਹਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਸੰਦਾ, ਇਹ ਉਸ ਮਾਲਕ ਦਾ ਸੁਭਾਅ ਵੀ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਫਿਰ ਉਹਦੇ ਕਰਮ ਨਹੀਂ ਵਿਚਾਰਦਾ ਵੀ ਇਹਦੇ ਪਿਛਲੇ ਕਰਮ ਕਿਹੋ ਜਿਹੇ ਸੀ, ਨਹੀਂ, ਉਹ ਸਮਝਦਾ ਹੈ, ਜਾਣੀ ਜਾਣ ਹੈ, ਪਰ ਨਾਲ ਗਰੀਬ ਨਵਾਜ ਹੈ ਕਿ ਇਸ ਗਰੀਬ ਨੂੰ ਨਹੀਂ ਸੀ ਪਤਾ, ਇਹਦੇ ਕਰਮਾਂ ਕਾਰਨ ਇਹ ਭੁੱਲਿਆ ਹੀ ਫਿਰਦਾ ਰਿਹਾ। ਪਰ ਹੁਣ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਗਿਆ ਨਾ, ਹੁਣ ਤਾਂ ਇਹ ਤੇ ਬਖਸ਼ਿਸ਼ ਕਰ ਹੀ ਦੇਣੀ ਚਾਹੀਦੀ ਹੈ। ਸੋ ਭਾਈ ਇਹ ਸੁਭਾਅ ਕਿਤੇ ਮਿਲ ਸਕਦਾ ਹੈ, ਇਹ ਨਹੀਂ ਮਿਲ ਸਕਦਾ। ਥੋੜ੍ਹਾ ਜਿਹਾ ਵੀ ਕਿਸੇ ਦਾ ਵਿਰੋਧ ਕੀਤਾ ਹੋਵੇ ਤੇ ਮੁੜ ਕੇ ਕਿਤੇ ਮਿਲਾਪ ਹੋ ਜਾਵੇ ਤੇ ਸਿੱਧੇ ਮੂੰਹ ਫਤਿਹ ਹੀ ਨਹੀਂ ਬੁਲਾਉਂਦੇ, ਨਹੀਂ ਤੂੰ ਮੇਰਾ ਫਲਾਣੇ ਸਮੇਂ ਵਿਰੋਧ ਕਰਤਾ ਸੀ, ਫਲਾਣੇ ਸਮੇਂ ਮੇਰੇ ਉਲਟ ਹੋ ਗਿਆ ਸੀ। ਨਹੀਂ ਭਾਈ, ਇਹ ਗੁਰੂ ਦਾ ਦਰ ਹੈ। ਇੱਥੇ ਤਾਂ ਜਦੋਂ ਵੀ ਆ ਜਾਈਏ ਇਹ ਬਖਸ਼ੰਦ ਗੁਰੂ ਹੈ। ਤੇ ਹਜ਼ੂਰ ਫਰਮਾਉਂਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਨਾਮ ਹੈ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ, ਇਹ ਸਵੰਤੀ ਬੂੰਦ ਦੀ ਨਿਆਈ ਹੈ। ਜਿਵੇਂ ਉਹ ਤੇ ਇੱਕ ਪਪੀਹੇ ਨੂੰ ਜ਼ਿੰਦਗੀ ਬਖਸ਼ਦਾ ਨਾ, ਤੇ ਮਹਾਰਾਜ ਜੀ ਆਪ ਜੀ ਦਾ ਜਿਹੜਾ ਨਾਮ ਹੈ ਨਾ, ਇਹ ਤਾਂ ਇਹਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ। ਕਿਉਂਕਿ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ। ਹਜ਼ੂਰ ਨੇ ਹੁਕਮ ਕਰ ਦਿੱਤਾ ਵੀ ਭਾਈ ਜਿਹਨੇ ਵੀ ਇਸ ਪਰਮਾਤਮਾ ਦੇ ਨਾਮ ਨੂੰ ਜਪਿਆ, ਉਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਰੱਖਿਆ, ਉਹਦਾ ਲੋਕ ਪਰਲੋਕ ਸਵਾਰ ਦਿੱਤਾ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹਦੇ ਕਾਰਜ ਪੂਰੇ ਕਰ ਦਿੱਤੇ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਅਰਾਧਿਆ, ਨਾਮ ਨੂੰ ਜਪਿਆ। ਇਸ ਕਰਕੇ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ, ਗੁਰੂ ਗਰੀਬ ਨਵਾਜ ਜੀ ਮਿਹਰ ਕਰੋ। ਆਪ ਜੀ ਦਾ ਨਾਮ ਹੈ ਜੋ ਇਹ ਸਵੰਤੀ ਬੂੰਦ ਦੀ ਨਿਆਈ, ਇਹ ਇਕੰਗੀ ਉਪਦੇਸ਼ ਹੈ, ਦ੍ਰਿਸ਼ਟਾਂਤ ਹੈ। ਮਹਾਰਾਜ ਜੀ ਆਪ ਦਾ ਬੇਅੰਤ ਗੁਣਾ ਸੰਪੰਨ ਪਰਮਾਤਮਾ ਦਾ ਨਾਮ ਹੈ, ਇੱਕ ਨਿਮਖ ਮਾਤਰ। ਮਹਾਰਾਜ ਜੀ ਸਾਨੂੰ ਵੀ ਇਹਦੀ ਬਖਸ਼ਿਸ਼ ਕਰ ਦਿਓ ਜੀ। ਹਮ ਚਾਤ੍ਰਿਕ ਬਿਲਲ ਬਿਲ ਲਾਤੀ, ਸਾਡੀ ਹਾਲਤ ਕੀ ਹੈ ਕਿ ਮਹਾਰਾਜ ਜੀ ਇਸ ਨਾਮ ਅੰਮ੍ਰਿਤ ਰੂਪ ਸਵੰਤੀ ਬੂੰਦ ਤੋਂ ਬਿਨਾਂ ਅਸੀਂ ਬਿਰਲਾਪ ਕਰ ਰਹੇ ਹਾਂ। ਬਿਰਲਾਪ ਕੇਵਲ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ ਲਈ ਨਹੀਂ। ਮਹਾਰਾਜ ਜੀ ਅਸੀਂ ਗਲਤੀਆਂ ਦੇ ਪੁਤਲੇ ਹਾਂ, ਭੁੱਲ ਦੇ ਵਸ ਪੈ ਕੇ ਕਿਤੇ ਸਾਡੇ ਅੰਦਰ ਮਾਇਆ ਦਾ ਵਿਰਲਾਪ ਹੈ, ਕਿਤੇ ਚਿੰਤਾ ਦਾ ਵਿਰਲਾਪ ਹੈ, ਕਿਤੇ ਈਰਖਾ ਦਾ ਵਿਰਲਾਪ ਹੈ, ਕਿਤੇ ਵਿਰੋਧਤਾ ਦਾ ਵਿਰਲਾਪ ਹੈ। ਮਹਾਰਾਜ ਜੀ ਇਹ ਤਾਂ ਸਾਡੇ ਕਰਮ ਇੰਦਰੀ ਤੇ ਗਿਆਨ ਇੰਦਰੀ ਉਲਝੇ ਪਏ ਨੇ। ਜਿਹੜੀ ਗੱਲ ਵਾਸਤੇ ਸਤਿਗੁਰੂ ਜੀ ਆਪ ਜੀ ਨੇ ਇਹ ਨੌ ਨਰੈਣੀ ਦੇਹ ਬਖਸ਼ਿਸ਼ ਕੀਤੀ ਸੀ ਤੇ ਨਾਲ ਹੁਕਮ ਕਰ ਦਿੱਤਾ ਸੀ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਹਨੂੰ ਤਾਂ ਭੁੱਲੇ ਹੀ ਫਿਰਦੇ ਆ ਤੇ ਦਿਨ ਰਾਤ ਦੇ ਵਿਰਲਾਪ ਵਿੱਚ ਲੱਗੇ ਹੋਏ ਹਾਂ। ਹਾਂ, ਸਤਿਗੁਰੂ ਜੀ ਦੀ ਕਿਰਪਾ ਹੋਈ। ਭਗਤ ਕਬੀਰ ਜੀ ਨੇ ਦੱਸਿਆ ਕਿ ਭਾਈ ਮਹਾਰਾਜ ਦੇ ਬਾਣੀ ਦਾ ਉਪਦੇਸ਼ ਦਿੰਦਿਆਂ ਹੋਇਆਂ ਭਗਤ ਕਬੀਰ ਨੂੰ ਪੁੱਛਿਆ ਸੀ ਨਾ ਕਿ ਕਿਵੇਂ ਪਰਮਾਤਮਾ ਦਾ ਨਾਮ ਜਪੀਏ। ਅੱਜ ਵੀ ਆ ਸਾਡੇ ਮਨ ਵਿੱਚ ਇਹ ਸ਼ੰਕਾ ਬਣੀ ਰਹਿੰਦੀ ਹੈ ਕਿ ਪਰਮਾਤਮਾ ਦਾ ਨਾਮ ਕਿਵੇਂ ਜਪੀਏ, ਕਦੋਂ ਜਪੀਏ, ਕਿੰਨਾ ਚਿਰ ਜਪੀਏ। ਤੇ ਭਗਤ ਜੀ ਫਰਮਾਉਂਦੇ ਹਨ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਵੇ ਕਿ ਸੁਣੈ ਪੁਕਾਰ। ਕਦੋਂ ਤਾਂ ਸੁਣੇਗਾ ਹੀ ਨਾ, ਕਦੇ ਜ਼ਰੂਰ ਸੁਣੇਗਾ, ਪਰ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਸਦੀਵ ਕਾਲ ਵਾਸਤੇ ਜਪਣਾ ਚਾਹੀਦਾ। ਇਸ ਵਾਸਤੇ ਸਤਿਗੁਰੂ ਜੀ ਸਾਨੂੰ ਆਪਦਾ ਅੰਮ੍ਰਿਤ ਨਾਮ ਬਖਸ਼ਿਸ਼ ਕਰੋ।
ਸਾਡੀ ਉਸ ਪਿਆਸੇ ਪਪੀਹੇ ਦੀ ਤਰ੍ਹਾਂ ਸਾਡੀ ਹਾਲਤ ਹੈ, ਉਸ ਹਾਲਤ ਵਿੱਚ ਅਸੀਂ ਫਸੇ ਹੋਏ ਹਾਂ। ਇਸ ਵਾਸਤੇ ਮਹਾਰਾਜ ਸਾਡਾ ਵਿਰਲਾਪ ਦੂਰ ਕਰੋ, ਸਾਡੀ ਚਿੰਤਾ ਦੂਰ ਕਰੋ, ਸਾਡੇ ਮਨ ਦੀ ਭਰਮਣਤਾ ਦੂਰ ਕਰੋ, ਮਨ ਦਾ ਦੌੜਨਾ ਦੂਰ ਕਰੋ, ਬਖਸ਼ਿਆ ਕਰੋ ਜੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮਹਾਰਾਜ ਜੀ ਸਾਡਾ ਕੋਈ ਜ਼ੋਰ ਨਹੀਂ ਕਿ ਅਸੀਂ 1 ਸਾਲ ਹੋ ਗਿਆ ਵਾਹਿਗੁਰੂ ਵਾਹਿਗੁਰੂ ਜਪਦਿਆਂ ਨੂੰ, 10 ਸਾਲ ਹੋ ਗਏ, ਇਹ ਕੋਈ ਦਾਅਵਾ ਨਹੀਂ। ਬਲਕਿ ਸਾਨੂੰ ਤੇ ਇਸ ਗੱਲ ਤੋਂ ਵੀ ਰੋਕ ਦਿੱਤਾ ਕਿ ਵੀ ਦਾਅਵੇ ਦਾਜਰ ਹੋਤ ਹੈ, ਨਿਰਦਾਵੇ ਰਹਿ ਨਸੰਗ। ਜੇ ਭਾਈ ਨਿਰਦਾਵੇ ਬਿਨਾਂ ਦਾਅਵੇ ਤੋਂ ਰਵਾਂਗੇ ਤੇ ਫੇਰ ਗੁਰੂ ਦੀ ਕਿਰਪਾ ਹੋਣੀ, ਇੱਥੇ ਦਾਅਵੇ ਨਹੀਂ ਚੱਲ ਸਕਦੇ। ਇਸ ਕਰਕੇ ਸਤਿਗੁਰੂ ਜੀ ਆਪਣੀ ਕਿਰਪਾ ਕਰੋ, ਕਿਉਂਕਿ ਆਪ ਜੀ ਦੀ ਕਿਰਪਾ ਦਾ ਦੁਆਰਾ ਹੀ ਸਾਡੇ ਏਡੇ ਵੱਡੇ ਮਨਾਂ ਦੀ ਜੋ ਜਨਮ ਜਨਮ ਕੋ ਇਸ ਮਨ ਕੋ ਮਨ ਲਾਗੀ, ਕਾਲਾ ਹੋਵਾ ਸਿਆ ਹੋ, ਖਨੜੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਓ। ਮਹਾਰਾਜ ਜੀ ਕਿਰਪਾ ਕਰੋ, ਜੇ ਸਾਡੇ ਔਗਣ ਗਿਣ ਲੱਗੇ ਤੇ ਫਿਰ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਜੀ ਸਾਡੇ ਔਗਣਾ ਕਰਕੇ, ਗੁਣਾ ਕਰਕੇ ਜੇ ਵਿਚਾਰ ਕਰੋਗੇ ਤੇ ਫਿਰ ਤਾਂ ਸਾਡਾ ਭਲਾ ਹੋ ਹੀ ਨਹੀਂ ਸਕਦਾ। ਸਾਡੇ ਤਾਂ ਬੇਅੰਤੀ ਔਗਣ ਹਨ। ਤੇ ਫਿਰ ਅਰਦਾਸ ਕੀ ਹੈ? ਅਰਦਾਸ ਇਹ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਹਮਰੇ ਕਰਮ ਨਾ ਵਿਚਰੋ ਠਾਕਰ, ਸਾਡੇ ਕਰਮਾਂ ਦੀ ਵਿਚਾਰ ਹੀ ਨਾ ਕਰੋ। ਤੁਮ ਪੈਜ ਰੱਖੋ ਆਪਣੀ, ਦੇ ਆਪਣੀ ਪੈਜ ਰੱਖੋ ਜੋ ਆਪ ਜੀ ਦਾ ਬਿਰਦ ਹੈ, ਉਹਦੇ ਕਰਕੇ ਨਾਮ ਤਾਰੀਕ ਸਿੱਖ ਜਾਣ ਕੇ, ਸ਼ਰਧਾਲੂ ਜਾਣ ਕੇ, ਸੇਵਕ ਜਾਣ ਕੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰ ਦਿਓ ਜੀ। ਮੁਖ ਦੇਵੋ ਹਰ ਨਿਮ ਖਾਤੀ। ਇੱਕ ਨਿਮਖ ਮਾਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਨਾਮ ਸ਼ਰਧਾ ਤੇ ਭਾਵਨਾ ਦੇ ਨਾਲ ਸਾਡੇ ਮੁਖ ਵਿੱਚ ਆ ਜਾਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਲਗੀਧਰ ਮਹਾਰਾਜ ਨੇ ਏਕ ਚਿੱਤ ਜਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਨ ਮਾਤਰ ਵੀ ਜਿਨ੍ਹਾਂ ਨੇ ਸ਼ਰਧਾ ਭਾਵਨਾ ਦੇ ਨਾਲ ਉਸ ਨਾਮ ਨੂੰ ਜਪਣਾ ਕੀਤਾ ਨਾ, ਉਹਦੇ ਅੰਦਰ ਇਹੋ ਜਿਹੀ ਇੱਕ ਸ਼ਰਧਾ ਪੈਦਾ ਹੋ ਗਈ ਕਿ ਉਸ ਨਾਮ ਨੂੰ ਮੁੜ ਕੇ ਛੱਡ ਨਹੀਂ ਸਕਿਆ, ਕਿਉਂਕਿ ਇਸ ਨਾਮ ਦੇ ਵਿੱਚ ਵੀ ਕਸ਼ਿਸ਼ ਹੈ। ਆਪਾਂ ਕੁਝ ਦਿਨ ਤਾਂ ਉਪਰਾਲਾ ਕਰੋ। ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਦੋਂ ਕਥਾ ਕਰਿਆ ਕਰਦੇ ਸਨ ਨਾ, ਕਈ ਜਗਿਆਸੂ, ਕਿਉਂਕਿ ਇਹ ਤੇ ਰੋਜ਼ ਦਾ ਹੀ ਸਾਡਾ ਝਮੇਲਾ ਹੈ, ਰੋਜ਼ ਦਾ ਹੀ ਸਾਡਾ ਮਸਲਾ ਹੈ, ਰੋਜ਼ ਦੇ ਹੀ ਸਾਡੇ ਸਵਾਲ ਨੇ। ਗੁਰਸਿੱਖਾਂ ਨੇ ਬੇਨਤੀ ਕਰਨੀ ਕਿ ਮਹਾਂਪੁਰਖੋ ਪਰਮਾਤਮਾ ਦਾ ਨਾਮ ਜਪਣ ਵਿੱਚ ਦਿਲ ਨਹੀਂ ਲੱਗਦਾ, ਆਪ ਜੀ ਕੋਈ ਉਪਾਅ ਦੱਸੋ। ਤੇ ਮਹਾਂਪੁਰਖਾਂ ਦਾ ਹਸਮੁਖ ਸੁਭਾਅ ਸੀ ਤੇ ਉਪਦੇਸ਼ ਬੜਾ ਦ੍ਰਿੜ ਕਰਾਉਣ ਦੇ ਵਿੱਚ ਪ੍ਰਪੱਕਤਾ ਸੀ, ਬੇਅੰਤ ਗੁਣਾਂ ਦਾ ਖਜ਼ਾਨਾ ਸੀ ਉਹਨਾਂ ਕੋਲ। ਕਹਿਣਾ ਭਾਈ ਕਿੰਨਾ ਚਿਰ ਜਪਦਾ ਹੁੰਦਾ ਨਾਮ? ਰੋਜ਼ਾਨਾ ਜਪਦਾ ਹੈ ਕਿ ਕਦੇ ਕਦੇ ਜਪਦਾ? ਚੁੱਪ ਜੇ ਹੋ ਜਾਣਾ। ਕਿਉਂ ਭਾਈ ਚੁੱਪ ਕਿਉਂ ਹੋ ਗਿਆ? ਕਹਿੰਦੇ ਜੀ ਹਲੇ ਜਪਿਆ ਤੇ ਹੈ ਨਹੀਂ। ਅੱਛਾ, ਕਹਿੰਦੇ ਜਪਿਆ ਹੈ ਹੀ ਨਹੀਂ ਤੇ ਤੇਰਾ ਦਿਲ ਨਹੀਂ ਲੱਗਦਾ। ਕੋਈ ਬੱਚਾ ਸਕੂਲ ਹੀ ਨਾ ਜਾਵੇ ਤੇ ਕਵੇ ਮੈਨੂੰ ਪੜ੍ਹਨ ਨੂੰ, ਪੜ੍ਹਾਈ ਮੈਨੂੰ ਘੱਟ ਆਉਂਦੀ ਹੈ, ਪੜ੍ਹਾਈ 'ਚ ਮੇਰਾ ਦਿਲ ਨਹੀਂ ਲੱਗਦਾ। ਗੱਲ ਬਣਦੀ ਕੋਈ ਇਹ? ਕਹਿੰਦੇ ਭਾਈ ਫਿਰ ਕਥਾ ਕਰਦਿਆਂ ਕਰਦਿਆਂ ਇਹ ਵਿਚਾਰ ਦੱਸ ਦੇਣੀ ਕਿ ਭਾਈ ਕਿੱਡੀ ਵੱਡੀ ਆਪਾਂ ਜ਼ਿੰਦਗੀ ਸਮਝੀ ਬੈਠੇ ਹਾਂ, ਪਰ ਜਦੋਂ ਹਿਸਾਬ ਲਾਓਗੇ ਨਾ, ਜੇ ਕਹਿੰਦੇ 100 ਸਾਲ ਵੀ ਉਮਰ ਹੋਵੇ ਤੇ 50 ਸਾਲ ਤਾਂ ਕੱਢ ਦਿਓ, ਕਿਉਂਕਿ 50 ਸਾਲ ਰਾਤਾਂ ਨੇ। ਜੇ 100 ਸਾਲ ਉਮਰ ਹੈ ਤੇ ਰਾਤ ਅਸੀਂ ਸੌਂ ਕੇ ਗੁਜ਼ਾਰਨੀ ਆ, ਤੇ ਜਿਹੜਾ ਦਿਨ ਹੈ ਉਹਦੇ 'ਚ 8 ਘੰਟੇ ਡਿਊਟੀ ਹੈ, ਬਾਕੀ ਬਚੇ 4 ਘੰਟੇ। 4 ਘੰਟਿਆਂ 'ਚ ਖਾਣਾ ਵੀ ਹੈ, ਤਿਆਰ ਵੀ ਹੋਣਾ ਹੈ, ਆਏ ਗਏ ਨੂੰ ਮਿਲਣਾ, ਰਿਸ਼ਤੇਦਾਰੀਆਂ ਵਿੱਚ ਜਾਣਾ। ਕਿੰਨਾ ਕੁ ਸਮਾਂ ਤੁਹਾਡੇ ਕੋਲ ਬਚਿਆ ਹੈ? ਕਿੰਨਾ ਸਮਾਂ ਤੁਸੀਂ ਲਾਉਂਦੇ ਹੋ? ਇਸ ਕਰਕੇ ਬਹੁਤ ਵਿਚਾਰਾਂ ਤੋਂ ਬਾਅਦ ਗੁਰਮਤਿ ਪਿਆਰਿਆਂ ਨੇ, ਗੁਰਮਤਿ ਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਆਪਾਂ ਨੂੰ ਸਿਧਾਂਤ ਕੀ ਦਿੱਤਾ ਵੀ ਘੱਟੋ ਘੱਟ 2.5 ਘੰਟੇ, 24 ਘੰਟਿਆਂ 'ਚੋਂ 2.5 ਘੰਟੇ ਦਸਵੰਧ ਕੱਢੋ। ਇਹ ਸਿਰਫ ਦਾਖਲ ਹੋਣ ਵਾਸਤੇ, ਗੁਰੂ ਕੀ ਸਿੱਖੀ ਦੀ ਜਮਾਤ ਵਿੱਚ ਦਾਖਲ ਹੋਣ ਵਾਸਤੇ 2.5 ਘੰਟੇ ਕੱਢੋ।
ਤੇ ਜਦੋਂ ਬੱਚਾ ਦਾਖਲ ਹੋ ਜਾਂਦਾ ਨਾ ਕਿਸੇ ਸਕੂਲ ਵਿੱਚ ਪੜ੍ਹਦਾ ਜਦੋਂ ਉਹਨੂੰ ਸਮਝ ਪੈਣ ਲੱਗਦੀ ਹੈ ਤੇ ਸਿਲੇਬਸ ਥੋੜ੍ਹਾ ਜਿਹਾ ਕੜਾ ਆਉਣ ਲੱਗ ਪੈਂਦਾ ਹੈ ਤੇ ਫਿਰ ਉਹ ਟਿਊਸ਼ਨ ਰੱਖ ਲੈਂਦਾ। ਸਕੂਲ ਦੀ ਪੜ੍ਹਾਈ ਤੋਂ ਬਿਨਾਂ ਵੱਖਰਾ ਟਾਈਮ ਹੋਰ ਲਾਉਂਦਾ ਤੇ ਫਿਰ ਉਹ ਫਸਟ ਕਲਾਸ ਜਮਾਤ ਵਿੱਚ ਪਾਸ ਆਉਂਦਾ ਹੈ। ਇਸ ਵਾਸਤੇ ਸਾਧ ਸੰਗਤ ਜਿਹੜੇ ਗੁਰੂ ਕੇ ਪਿਆਰੇ 2.5 ਘੰਟੇ ਮਹਾਂਪੁਰਖ ਕਹਿੰਦੇ ਲਾ ਦਿਆ ਕਰੋ ਭਾਈ, ਐਨ ਤਿਆਰ ਹੋ ਕੇ ਇਸ਼ਨਾਨ ਕਰਕੇ ਕੋਸ਼ਿਸ਼ ਕਰੋ ਕਿ ਸਰੀਰ ਦੀ ਸ਼ੁੱਧਤਾ ਰਵੇ, ਮਨ ਦਾ ਟਿਕਾਓ ਰਵੇ ਤੇ ਚੌਂਕੜਾ ਮਾਰ ਕੇ ਗੁਰੂ ਸਾਹਿਬ ਦਾ ਜਾਪ ਕਰੋ ਵਾਹਿਗੁਰੂ। ਕਈ ਅਜੇ ਵੀ ਸਵਾਲ ਕਰ ਦਿੰਦੇ ਨੇ ਜੀ ਲੱਤਾਂ ਦੁਖਦੀਆਂ, ਗੋਡੇ ਦੁਖਦੇ ਨੇ, ਚੌਂਕੜਾ ਨਹੀਂ ਵੱਜਦਾ। ਕੋਈ ਗੱਲ ਨਹੀਂ ਭਾਈ, ਚੌਂਕੜਾ ਨਹੀਂ ਵੀ ਵੱਜਦਾ, ਤੁਸੀਂ ਸੋਫੇ 'ਤੇ ਬਹਿ ਜਾਓ, ਕੁਰਸੀ 'ਤੇ ਬਹਿ ਜਾਓ ਘਰੇ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਨਹੀਂ। ਤੇ ਤੁਸੀਂ ਉੱਥੇ ਬੈਠ ਕੇ ਫਿਰ ਐਨ ਪ੍ਰੇਮ ਸ਼ਰਧਾ ਦੇ ਨਾਲ ਸਾਰੇ ਜਪਿਓ ਭਾਈ, ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਜਪੋ ਭਾਈ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਮਹਾਂਪੁਰਖ ਕਹਿੰਦੇ 45 ਦਿਨ 40-45 ਦਿਨ ਜਾਪ ਕਰੋ ਲਗਾਤਾਰ ਨਿਯਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ, ਤੇ ਤੁਸੀਂ ਉਹਦੇ ਤੋਂ ਬਾਅਦ 50 ਦਿਨ ਤੋਂ ਬਾਅਦ ਫਿਰ ਤੁਸੀਂ ਛੱਡ ਕੇ ਦੇਖਿਓ ਵੀ ਚਲੋ ਬਥੇਰਾ ਜਪ ਲਿਆ, 40 ਦਿਨ ਹੋ ਗਏ। ਜੇ ਤੁਸੀਂ ਨਹੀਂ ਨਾ ਜਪੋਗੇ ਤੇ ਮਹਾਂਪੁਰਖ ਕਹਿੰਦੇ ਦਿਨ ਭਰ ਦੇ ਵਿੱਚ ਤੁਹਾਨੂੰ ਅੰਦਰਲਾ ਜਿਹੜਾ ਤੁਹਾਡਾ ਮਨ ਹੈ, ਜਿਹਨੂੰ ਅਸੀਂ ਕਹਿੰਦੇ ਮਨ ਤੋਂ ਜੋਤ ਸਰੂਪ ਹੈ, ਉਹ ਲਾਹਣਤਾਂ ਪਾਉਂਦਾ ਰਹੇਗਾ। ਉਹ ਮਣਾ ਮਸੀਂ ਤੂੰ ਇਸ ਪਾਸੇ ਲੱਗਾ ਸੀ, ਅੱਜ ਕੀ ਹੋ ਗਿਆ ਤੈਨੂੰ ਕੋਈ ਘਾਟਾ ਪੈ ਗਿਆ, ਤੇਰਾ ਕੋਈ ਘਸ ਗਿਆ? ਪਰਮਾਤਮਾ ਦਾ ਨਾਮ ਲੈਣ ਨੂੰ ਹੀ ਤੈਨੂੰ ਇੰਨੀ ਢਲਿਆਈ ਆ ਗਈ, ਤੂੰ ਕਾਹਤੋਂ ਆਲਸ ਕਰ ਗਿਆ? ਪੂਰਾ ਦਿਨ ਪਛਤਾਵਾ ਹੀ ਬਣਿਆ ਰਹੇਗਾ। ਉਹ ਅੰਦਰੋਂ ਤੈਨੂੰ ਪ੍ਰੇਰਦਾ ਰਹੇਗਾ। ਅਗਲਾ ਦਿਨ ਜਦੋਂ ਚੜ੍ਹੇਗਾ ਨਾ ਤੇ ਪਹਿਲਾਂ ਵਾਲੇ ਟਾਈਮ ਨਾਲ ਪਹਿਲਾਂ ਹੀ ਉੱਠ ਕੇ ਤਿਆਰ ਬੈਠਾ ਹੋਏਗਾ ਕਿ ਮਣਾ ਕੱਲ ਸਾਰਾ ਹੀ ਦਿਨ ਮਨ ਦੇ ਵਿੱਚ ਚਿੰਤਾ ਹੀ ਬਣੀ ਰਹੀ ਕਿ ਇਹ ਦਿਨ ਕਿਉਂ ਲੰਘ ਗਿਆ, ਆਪਾਂ ਜਾਗ ਤੇ ਲਾਈ ਹੀ ਨਹੀਂ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰੋ, ਇੱਕ ਨਿਮਖ ਮਾਤਰ ਸਾਡੇ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਦੇ ਕੇ ਆਪ ਬਖਸ਼ਿਸ਼ਾਂ ਕਰੋ ਜੀ, ਇਹ ਕਿਰਪਾ ਕਰੋ ਮਹਾਰਾਜ। ਸਾਡਾ ਯਤਨ ਨਹੀਂ ਹੈ, ਆਪ ਜੀ ਕਿਰਪਾ ਕਰਕੇ ਰਹਿਮਤ ਕਰ ਦਿਓ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਫਿਰ ਇਹ ਸੁਭਾਅ ਬਣ ਜਾਵੇਗਾ ਜਦੋਂ ਆਪ ਜੀ ਦੀ ਕਿਰਪਾ ਹੋਈ ਕਿ ਇਹ ਅਵਸਥਾ ਰੂਪ ਰਾਤ ਇੱਕ ਨਿਮਖ ਮਾਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮਿਲਾਪ ਤਤ ਸਰੂਪ ਤੋਂ ਮਿਲਾਪ ਤੋਂ ਬਿਨਾਂ ਨਹੀਂ ਰਹਿ ਸਕੇਗੀ। ਇੱਕ ਥੋੜਾ ਸਮਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮਿਲਾਪ ਤੋਂ ਬਿਨਾਂ ਮਨ ਵਿੱਚ ਘਾਟਾ ਹੀ ਘਾਟਾ ਮਹਿਸੂਸ ਹੋਵੇਗਾ। ਸੋ ਇਸ ਵਾਸਤੇ ਚਾਰ ਪਹਿਰ ਚੌਂ ਜੁਗਾਂ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ। ਆਪ ਜੀ ਦੇ ਮਿਲਾਪ ਤੋਂ ਬਿਨਾਂ ਇਹ ਬੇਵਲ ਅਵਸਥਾ ਬਣ ਜਾਵੇਗੀ। ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ। ਹੋਰ ਉਦਾਹਰਨ ਦਿੰਦੇ ਨੇ, ਕਹਿੰਦਾ ਨਹੀਂ ਨਾ ਜਪਿਆ, ਜਪਦਿਆਂ ਛੱਡ ਦਿੱਤਾ। ਤੇ ਕਹਿੰਦੇ ਜਿਉਂ ਅਮਲ ਤੋਂ ਬਿਨਾਂ ਅਮਲੀ ਮਰਦਾ ਹੈ। ਦੇਖੋ ਜਿਹੜਾ ਅਮਲ ਖਾਂਦਾ ਹੀ ਨਹੀਂ, ਉਹਨੂੰ ਅਮਲ ਨਾ ਮਿਲੇ ਤੇ ਕੋਈ ਗੱਲ ਨਹੀਂ, ਉਹਨੂੰ ਤੇ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਅਮਲ ਖਾਂਦਾ ਹੈ, ਜਿਹੜੇ ਸਰੀਰ ਨੂੰ ਅਮਲ ਲੱਗ ਗਿਆ, ਤੇ ਜੇ ਉਹਨੂੰ ਅਮਲ ਨਾ ਮਿਲੇ ਤੇ ਉਹ ਫਿਰ ਤੜਫਦਾ ਹੈ ਕਿ ਮੈਨੂੰ ਇਹ ਅਮਲ ਚਾਹੀਦਾ ਇੰਨਾ ਜਿੰਨਾ ਮੈਂ ਰੋਜ਼ ਖਾਂਦਾ। ਮਹਾਰਾਜ ਕਹਿੰਦੇ ਜੇ ਇਹ ਨਾਮ ਦਾ ਅਮਲ ਤੂੰ ਲਾ ਲਿਆ, ਆਪਣੇ ਆਪ ਨੂੰ ਨਾਮ ਜਪਣ ਲੱਗ ਪਿਆ, ਤੂੰ ਨਿਯਮ ਬਣਾ ਲਿਆ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਮੰਨਣਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਜੇ ਇਹ ਬਚਨ ਤੂੰ ਮੰਨ ਲਿਆ ਤੇ ਫਿਰ ਕਹਿੰਦੇ ਭਾਈ ਤੇਰਾ ਸੁਭਾਅ ਤੇਰੇ ਅੰਦਰ ਦੀ ਹਾਲਤ ਬਣ ਜਾਵੇਗੀ ਕਿ ਇੱਕ ਨਿਮਖ ਮਾਤਰ ਵੀ ਕਦੋਂ ਸੰਗਤ ਵਿੱਚ ਜਾਈਏ, ਕਦੋਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਇਹ ਸੁਭਾਅ ਬਣ ਜਾਵੇਗਾ।
ਤੇ ਨਿਤਨੇਮ ਤੋਂ ਬਿਨਾ, ਸਿਮਰਨ ਤੋਂ ਬਿਨਾ, ਕੀਰਤਨ ਤੋਂ ਬਿਨਾ ਤੇਰੇ ਅੰਦਰ ਦੀ ਹਾਲਤ ਬਿਵਲ ਹੋ ਜਾਏਗੀ, ਜਿਵੇਂ ਅਮਲ ਤੋਂ ਬਿਨਾ ਅਮਲੀਆਂ ਦੀ ਹਾਲਤ ਹੋ ਜਾਂਦੀ ਹੈ। ਤਿਉ ਹਰ ਬਿਨ ਹਮ ਮਰ ਜਾਤੀ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਈ ਅਮਲੀ ਨਸ਼ੇ ਤੋਂ ਬਿਨਾ ਮਰ ਜਾਂਦੇ ਨੇ, ਨਸ਼ਾ ਨਹੀਂ ਮਿਲਿਆ ਤੇ ਤੜਫ ਤੜਫ ਕੇ ਕੋਈ ਖੁਦਕਸ਼ੀਆਂ ਕਰ ਲੈਂਦੇ ਨੇ, ਕੋਈ ਨਸ਼ੇ ਤੋਂ ਬਿਨਾ ਵੈਸੇ ਹੀ ਤੜਫ ਕੇ ਰਾਤਾਂ ਨੂੰ, ਰਾਤ ਦੀ ਠੰਡ 'ਚ ਹੀ ਪਏ ਮਰ ਜਾਂਦੇ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਵੀ ਇਹ ਹਾਲਤ ਹੋ ਰਹੀ ਹੈ। ਆਪ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾ ਸਾਡੇ ਅੰਦਰ ਆਪ ਜੀ ਦੇ ਅੰਮ੍ਰਿਤ ਨਾਮ ਦੀ ਐਸੀ ਸ਼ਕਤੀ ਪ੍ਰਾਪਤ ਹੋਈ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹੇ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਆਪ ਜੀ ਦਾ ਉਪਦੇਸ਼ ਸਰਵਣ ਕਰ ਲਿਆ ਮਹਾਰਾਜ, ਇਸ ਉਪਦੇਸ਼ ਤੇ ਚੱਲ ਪਏ। ਤੇ ਹੁਣ ਮਹਾਰਾਜ ਜੀ ਹਾਲਤ ਇਹ ਬਣ ਗਈ ਕਿ ਜੇ ਆਪ ਜੀ ਦੀ ਸੰਗਤ ਦੇ ਦਰਸ਼ਨ ਨਹੀਂ ਹੁੰਦੇ ਤੇ ਮਹਾਰਾਜ ਜੀ ਆਪ ਜੀ ਦੇ ਸਿੱਖਿਆ ਦਰਸ਼ਨ ਨਹੀਂ ਹੁੰਦੇ, ਆਪ ਜੀ ਦਾ ਨਾਮ ਨਹੀਂ ਜਪਿਆ, ਨਿਤਨੇਮ ਨਹੀਂ ਕੀਤਾ, ਤੇ ਫਿਰ ਜਿਵੇਂ ਅਮਲੀ ਤੋਂ ਬਿਨਾ ਅਮਲ ਅਮਲੀ ਮਰ ਜਾਂਦਾ ਅਮਲ ਤੋਂ ਬਿਨਾ, ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਵੀ ਇਹ ਹਾਲਤ ਬਣੀ ਹੋਈ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤੁਮ ਹਰ ਸਰਵਰ ਅਤ ਅਗਾਹ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਸਮੁੰਦਰ ਦੀ ਨਿਆਈ ਹੋ, ਸਰੋਵਰ ਦੀ ਨਿਆਈ ਹੋ, ਆਪ ਜੀ ਦਾ ਕੋਈ ਥਾਂ ਨਹੀਂ ਪਾ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੇਰੀ ਤਾਂ ਬੇਅੰਤ ਬੇਅੰਤ ਮਹਿਮਾ ਹੈ ਸਤਿਗੁਰੂ ਜੀ। ਹਮ ਲਹਿ ਨਾ ਸਕੈ ਅੰਤ ਮਾਤੀ। ਅੱਜ ਸੁਭਾਅ ਬਣ ਗਿਆ, ਥੋੜੀਆਂ ਕਿਤਾਬਾਂ ਪੜ੍ਹ ਲੀਆਂ, ਅਧੂਰਾ ਗਿਆਨ ਪ੍ਰਾਪਤ ਕਰ ਲਿਆ, ਤੇ ਫਿਰ ਕਲਮਾਂ ਚੱਕ ਲਈਆਂ, ਮੈਕ ਤੇ ਬੈਠ ਗਏ। ਸਤਿਗੁਰੂ ਸਾਹਿਬ ਨੇ ਆਹ ਕਿਉਂ ਲਿਖ ਦਿੱਤਾ, ਇੱਥੇ ਬਿੰਦੀ ਕਿਉਂ ਨਹੀਂ ਲਾਈ, ਇਹ ਗ੍ਰਾਮਰ ਦੇ ਮੁਤਾਬਕ ਠੀਕ ਨਹੀਂ, ਇੱਥੇ ਆਏ ਹੋਣਾ ਚਾਹੀਦਾ ਸੀ, ਆਹ ਧੁਰ ਕੀ ਬਾਣੀ ਹੋਈ ਨਹੀਂ। ਅਸੀਂ ਬਹੁਤੇ ਸਿਆਣੇ ਬਣ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਭਾਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਕਾਰਨ ਸਮਰੱਥ ਸਤਿਗੁਰੂ ਆਪ ਕਿਰਪਾ ਕਰਕੇ ਬਖਸ਼ ਲੈ ਰਹੇ ਕਿ ਅਸੀਂ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦੇ, ਨਾ ਅੰਤ ਲੈਣ ਵਾਸਤੇ ਤੁਰਨਾ ਚਾਹੀਦਾ। ਸੋ ਇਸ ਵਾਸਤੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਵੇਂ ਸਮੁੰਦਰ ਦੇ ਵਿੱਚ ਮਛਲੀਆਂ ਆਨੰਦ ਮਾਣਦੀਆਂ ਨੇ, ਘੁੰਮਦੀਆਂ ਨੇ, ਛਾਲਾਂ ਮਾਰਦੀਆਂ ਨੇ, ਪਰ ਉਹ ਅੰਤ ਨਹੀਂ ਲੈ ਸਕਦੀਆਂ। ਇਸ ਵਾਸਤੇ ਸਤਿਗੁਰੂ ਜੀ ਤੁਸੀਂ ਤਾਂ ਬੇਅੰਤ ਹੋ, ਅਤ ਡੂੰਘੇ ਹੋ, ਗਹਿਰ ਗੰਭੀਰ ਹੋ, ਅਚਲ ਹੋ, ਅਹਿਲ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਅੰਤ ਕੋਈ ਕਿਵੇਂ ਲੈ ਸਕਦਾ। ਇਸ ਵਾਸਤੇ ਅਸੀਂ ਜਗਿਆਸੂ ਜੀਵ ਸ਼ਰਧਾ ਭਾਵਨਾ ਸਹਿਤ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਮਹਾਰਾਜ ਜੀ ਤੇਰੇ ਤੇ ਬੇਅੰਤੀ ਗੁਣ ਹਨ, ਅਸੀਂ ਆਪ ਜੀ ਦੇ ਗੁਣਾਂ ਦਾ, ਆਪ ਜੀ ਦੇ ਪਰਉਪਕਾਰਾਂ ਦਾ ਅੰਤ ਨਹੀਂ ਲੈ ਸਕਦੇ। ਜਿਹੜੇ ਦੇਖੇ ਨੇ ਨਾ, ਜਿਹੜੇ ਅਦਿੱਖ ਨੇ, ਉਹ ਤਾਂ ਭਲਾ ਸਾਡੇ ਤੋਂ ਦੂਰ ਨੇ, ਅਸੀਂ ਜਾਣਦੇ ਹੀ ਨਹੀਂ। ਜਿਹੜੇ ਦੇਖੇ ਆਪਾਂ ਉਹਦਾ ਅੰਤ ਲੈ ਸਕਦੇ ਹਾਂ। ਬਥੇਰੇ ਕੱਚੇ ਗੁਰੂ ਬਣ ਬਣ ਕੇ ਬੈਠਦੇ ਨੇ, ਕੋਈ ਬੈਠਾ ਤੱਤੀ ਤਵੀ ਤੇ, ਦੂਜੇ ਦਾ ਧਰਮ ਬਚਾਉਣ ਵਾਸਤੇ। ਸਾਧ ਸੰਗਤ ਜੀ ਕਿਸੇ ਨੇ ਦਿੱਲੀ ਵਿੱਚ ਜਾ ਕੇ ਸੀਸ ਕਟਵਾਇਆ, ਕਲਗੀਧਰ ਪਾਤਸ਼ਾਹ ਜੀ ਲਿਖ ਦਿੱਤਾ ਹੋਵੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋਂ ਬੜੋ ਕਲੂ ਮੈਂ ਸਾਕਾ। ਹੋਇਆ ਕੋਈ ਇਹੋ ਜਿਹਾ? ਧਰਮ ਚਲਾਉਣ ਦੀ ਖਾਤਰ, ਧਰਮ ਦੀ ਖਾਤਰ, ਖਾਲਸਾ ਪੰਥ ਦੀ ਖਾਤਰ ਸਾਰਾ ਸਰਬੰਸ ਵਾਰ ਦੇਵੇ। ਕੋਈ ਹੋਇਆ ਪੀਰ ਪੈਗੰਬਰ ਅਵਤਾਰ ਇਹੋ ਜਿਹਾ? ਕੱਚੇ ਗੁਰੂਆਂ ਚੋਂ ਹੋ ਜੂਗੇ ਇਹੋ ਜਿਹਾ? ਸਾਰਾ ਸਰਬੰਸੀ, ਚਾਰੇ ਪੁੱਤਰ ਸ਼ਹੀਦ ਕਰਵਾ ਦੇਵੇ, ਮਾਮੇ ਤੇ ਭੂਆ ਦੇ ਪੁੱਤਰ ਸ਼ਹੀਦ ਕਰਵਾ ਦੇਵੇ, ਆਨੰਦਪੁਰ ਦੀ ਪੁਰੀ ਛੱਡ ਦੇਵੇ, ਤੇ ਫਿਰ ਚਾਅ ਦੇ ਨਾਲ ਕਵੇ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਕੋਈ ਹੈ ਇਹੋ ਜਿਹਾ? ਨਹੀਂ ਹੋ ਸਕਦਾ। ਕਿਵੇਂ ਅੰਤ ਲੈ ਲਾਂਗੇ? ਉਸ ਗੁਰੂ ਦਾ ਅੰਤ ਪਾਉਣ ਤੁਰ ਪਏ? ਨਹੀਂ ਭਾਈ, ਉੱਥੇ ਤਾਂ ਸ਼ਰਧਾ ਹੀ ਕਰਨੀ ਬਣ ਆਉਂਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ
ਅਸੀਂ ਆਪ ਜੀ ਦੇ ਪਰਉਪਕਾਰਾਂ ਦਾ, ਆਪ ਜੀ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਤੂੰ ਪਰੈ ਪਰੈ ਅਪਰੰਪਰ ਸੁਆਮੀ। ਹੁਣ ਸਤਿਗੁਰੂ ਜੀ ਵਿਸਥਾਰ ਨਾਲ ਦੱਸਦੇ ਨੇ, ਤੂੰ ਪਰੈ ਪਰੈ, ਤੇਰੇ ਅੰਤ ਜੇ ਗੁਣ ਲਾਵਾਂਗੇ 100 200 ਤੇ ਹੋਰ ਪਰੇ ਤੇਰੇ ਗੁਣ ਪਏ ਨੇ, ਪਰਉਪਕਾਰ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਪਰੇ ਤੋਂ ਪਰੇ ਹੈ, ਪਾਰਾਵਾਰ ਤੋਂ ਰਹਿਤ ਹੈ। ਮਹਾਰਾਜ ਇਹ ਨਹੀਂ ਤੂੰ ਭਾਰਤ ਵਿੱਚ ਹੈ, ਤੂੰ ਪੰਜਾਬ ਵਿੱਚ ਹੈ, ਨਹੀਂ ਤੂੰ ਆਲ ਵਰਲਡ ਦੇ ਵਿੱਚ, ਪੂਰੇ ਸੰਸਾਰ ਵਿੱਚ ਤੇਰੀ ਬਾਣੀ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤੇਤੇ ਲਿਹੋ ਬਾਰ। ਸਾਰੇ ਸੰਸਾਰ ਦੀ ਗੱਲ ਕੀਤੀ। ਇਸ ਵਾਸਤੇ ਮਹਾਰਾਜ ਤੂੰ ਇੱਕ ਦੇਸੀ ਨਹੀਂ, ਮਹਾਰਾਜ ਤੂੰ ਇੱਕ ਥਾਮ ਨਹੀਂ, ਇੱਕ ਨਾਮੀ ਨਹੀਂ, ਤੂੰ ਤੇ ਸਾਰੇ ਸੰਸਾਰ ਦੀ ਰੱਖਿਆ ਕਰਨ ਨੂੰ ਸਮਰੱਥ ਹੈ। ਇਸ ਵਾਸਤੇ ਮਹਾਰਾਜ ਤੂੰ ਪਰੇ ਪਰੇ ਅਪਰੰਪਰ ਪਾਰਾਵਾਰ ਤੂੰ ਰਹਿਤ, ਅਕਾਲ ਪੁਰਖ ਵਾਹਿਗੁਰੂ ਤੇਰਾ ਸਰੂਪ ਹੈ। ਨਿਤ ਜਾਨੋ ਆਪਨ ਗਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਮਰਜ਼ਾਦਾ ਨਾ, ਉਹ ਵੀ ਨਹੀਂ ਸਾਨੂੰ ਪਤਾ ਕਿ ਕਿਵੇਂ ਤੁਸੀਂ ਗਤ ਕਰਦੇ ਹੋ, ਕਲਿਆਣ ਕਰਦੇ ਹੋ। ਇੰਨੇ ਜੀਵਾਂ ਦੀ ਇੱਕਦਮ ਇੱਕੇ ਛਿਣ ਦੇ ਵਿੱਚ ਕਿੰਨੀਆਂ ਕਿੰਨੀਆਂ ਜੀਵਾਂ ਦੀ ਰੱਖਿਆ ਕਰ ਰਹੇ ਹੋ, ਕਲਿਆਣ ਕਰ ਰਹੇ ਹੋ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੁਝਾਰਤ ਹੈ ਸਾਡੇ ਲਈ। ਤਾਂ ਅਸੀਂ ਇਸ ਨੂੰ ਨਹੀਂ ਸਮਝ ਸਕਦੇ। ਮਹਾਰਾਜ ਤੇਰੀ ਏਡੀ ਵੱਡੀ ਸ਼ਕਤੀ ਦਾ ਪਾਰਾਵਾਰ ਹੈ। ਹਰ ਕੇ ਸੰਤ ਜਨਾ ਹਰ ਜਪਿਓ। ਹਰ ਕੇ ਸੰਤ ਜਨਾ ਹਰ ਜਪਿਓ। ਇੱਥੇ ਹੁਣ ਸੰਤਾਂ ਨੂੰ ਵਡਿਆਈ ਦਿੰਦੇ ਨੇ। ਸਾਧ ਸੰਗਤ ਜੀ ਅੱਜ 21 ਅੱਸੂ ਆ, ਆਪਦੇ ਸੰਤਾਂ ਨੂੰ ਪ੍ਰਤੱਖ ਵੀ ਵਡਿਆਈ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਗੁਰੂ ਗਰੀਬ ਨਵਾਜ ਬਾਣੀ ਕੇ ਬੋਹਿਤ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਬਖਸ਼ਿਸ਼ਾਂ ਕੀਤੀਆਂ ਨਾ। ਸਤਿਗੁਰੂ ਪਾਤਸ਼ਾਹ ਜੀ ਦੇ ਵਿਆਹ ਨੂੰ ਕਿੰਨਾ ਹੀ ਸਮਾਂ ਹੋ ਗਿਆ ਆਨੰਦ ਕਾਰਜ ਨੂੰ, ਤੇ ਮਾਤਾ ਗੰਗਾ ਜੀ ਨੂੰ, ਗੁਰੂ ਕੇ ਮਹਿਲਾਂ ਨੂੰ ਬਹੁਤ ਤਾਨੇ ਮਿਹਣੇ ਸੁਣਨੇ ਪਏ। ਸ਼ਰੀਕੇ ਦੇ ਵਿੱਚ ਭਰਾਵਾਂ ਨੇ, ਪਿਰਥੀ ਚੰਦ ਵਰਗਿਆਂ ਨੇ ਇਹੋ ਜਿਹੀਆਂ ਕਹਾਣੀਆਂ ਬਣਾ ਲਈਆਂ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਤਾਂ ਕੋਈ ਸਾਹਿਬਜ਼ਾਦਾ ਹੈ ਨਹੀਂ। ਜਿੰਨੀ ਦੇਰ ਇਹ ਹੈਗੇ ਆ ਗੁਰਤਾ ਗੱਦੀ ਤੇ ਮਾਲਕ ਬਣੇ ਰਹਿਣਗੇ, ਉਹਦੇ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ, ਬੜਾ ਸਿਆਣਾ ਹੈ, ਬੜਾ ਚਤਰ ਹੈ, ਉਹ ਵੀ ਗੁਰੂ ਰਾਮਦਾਸ ਵਾਂਗ ਹੀ ਬਾਣੀ ਲਿਖ ਲੈਂਦਾ ਹੈ। ਇਸ ਵਾਸਤੇ ਗੁਰੂ ਹੁਣ ਉਹਨੇ ਬਣਨਾ। ਇਹੀ ਗੱਲਾਂ ਬੀਬੀਆਂ ਕੋਲ ਚਲੇ ਗਈਆਂ। ਪਿਰਥੀ ਦੀ ਘਰ ਵਾਲੀ ਬੀਬੀ ਕਰਮੋਂ ਨੇ ਇਹੀ ਗੱਲਾਂ ਕੋਠੇ ਤੇ ਚੜ੍ਹ ਕੇ ਕੀਤੀਆਂ ਵੀ ਆ ਜਿਹੜਾ ਮਾਲ ਸਵਾਬ ਹੈ ਇਹ ਸਾਡਾ ਹੀ ਆ। ਇਹ ਬੀਬੀ ਗੰਗਾ ਜਿਹੜੀ ਹੈ ਇਹ ਤਾਂ ਐਵੇਂ ਸੰਭਾਲ ਕਰੀ ਜਾਂਦੀ ਹੈ, ਇਹਦੇ ਕਿਹੜਾ ਕੋਈ ਪੁੱਤ ਹੈਗਾ, ਇਹਦੇ ਕੋਈ ਸਾਹਿਬਜ਼ਾਦਾ ਹੀ ਨਹੀਂ ਹੈਗਾ। ਮਾਤਾ ਜੀ ਦੇ ਮਨ ਵਿੱਚ ਵੀ ਇਹ ਗੱਲਾਂ ਨੇ ਘਰ ਕੀਤਾ। ਤੇ ਇੱਕ ਦਿਨ ਬਹੁਤ ਸ਼ਰਧਾ ਭਾਵਨਾ ਨਾਲ, ਇਸ ਕਰਕੇ ਨਹੀਂ ਕਿ ਅਸੀਂ ਗੁਰੂ ਕੇ ਮਹਿਲ ਹਾਂ, ਮੇਰੇ ਪਤੀ ਹਨ ਗੁਰੂ ਅਰਜਨ ਦੇਵ ਜੀ, ਇਸ ਤਰ੍ਹਾਂ ਨਹੀਂ, ਬਹੁਤ ਹੀ ਸ਼ਰਧਾ ਭਾਵਨਾ ਨਾਲ ਦਾਸਾ ਭਾਵ ਧਾਰ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਸਵਾਮੀ ਮਾਲਕ ਜੀ ਆਪ ਜੀ ਤਾਂ ਬੇਅੰਤ ਥਾਵਾਂ ਦੇ ਥਾਂ ਹੋ, ਨਿਪੁੱਤਰਿਆਂ ਨੂੰ ਪੁੱਤਰ ਦੇਣ ਵਾਲੇ ਹੋ, ਬਖਸ਼ਾਂ ਦੇ ਘਰ ਹੋ, ਇਸ ਦਾਸੀ ਤੇ ਵੀ ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹੀ ਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਦਰ ਦੀ ਬੇਵਲਤਾ ਨੂੰ ਸਮਝ ਗਏ। ਕਹਿ ਦਿੱਤਾ ਗੰਗਾ ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਕਰਨਗੇ, ਤੇ ਤੂੰ ਸ਼ਰਧਾ ਭਾਵਨਾ ਦੇ ਨਾਲ ਜਾ ਬੀੜ ਦੇ ਵਿੱਚ। ਉੱਥੇ ਬਾਬਾ ਜੀ ਖੇਤੀ ਕਰਦੇ ਸਨ, ਮੱਝਾਂ ਰੱਖੀਆਂ ਹੋਈਆਂ ਸਨ, ਪਸ਼ੂ ਹੋਰ ਵੀ ਰੱਖੇ ਸਨ, ਬੀੜ ਦੇ ਵਿੱਚ ਖੇਤੀ ਕਰਦੇ ਸਨ। ਉੱਥੋਂ ਅਨਾਜ ਆ ਕੇ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਬਣਦਾ ਸੀ। ਮਾਤਾ ਜੀ ਨੂੰ ਸਾਰੀ ਗੱਲ ਸਮਝਾਈ। ਮਾਤਾ ਜੀ ਅਗਲੇ ਦਿਨ ਤਿਆਰੀ ਕਰਕੇ ਕਣਕ ਧੋ ਕੇ ਸੁਕਾ ਕੇ ਆਟਾ ਦਾਸੀਆਂ ਤੋਂ ਪਵਾ ਲਿਆ, ਪ੍ਰਸ਼ਾਦੇ ਤਿਆਰ ਕਰ ਲਏ, ਮੱਖਣ ਲੈ ਲਿਆ, ਰੱਥ ਤੇ ਚੜ੍ਹ ਕੇ ਬਹੁਤ ਸਾਰੀਆਂ ਬੀਬੀਆਂ ਨਾਲ ਲੈ ਲਈਆਂ ਸ਼ਰਧਾਲੂ,
ਤੇ ਬੀੜ ਵਿੱਚ ਪਹੁੰਚ ਗਏ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸਮਾਂ ਉਹਨਾਂ ਕੁ ਹੁੰਦਾ ਭਾਈ। ਜਦੋਂ ਬੀੜ ਵਿੱਚ ਪਹੁੰਚ ਗਏ, ਰਥ ਦੇ ਨਾਲ ਧੂੜ ਉੱਡ ਰਹੀ ਆ ਤੇ ਬਾਬਾ ਬੁੱਢਾ ਜੀ ਖੇਤ ਵਿੱਚ ਖੜੇ ਹੋ ਕੇ ਤੇ ਨਾਲ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪੁੱਛਦੇ ਨੇ ਵੀ ਇਹ ਕੌਣ ਆ ਰਿਹਾ ਰਸਤੇ ਤੇ ਸੇਵਕ ਕਹਿੰਦੇ ਬਾਬਾ ਜੀ ਰਥ ਤੇ ਗੁਰੂ ਕੇ ਲੱਗਦੇ ਨੇ। ਤੇ ਸਹਿਜ ਸੁਭਾਏ ਬਾਬਾ ਜੀ ਕਹਿੰਦੇ ਗੁਰੂ ਕਿਆਂ ਨੂੰ ਕੀ ਭਾਜੜ ਪੈ ਗਈ, ਹੁਣ ਬਚਨ ਤੇ ਕਰ ਦਿੱਤਾ। ਆਏ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਨਾਲ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਮਾਂ ਭੋਲੀਏ, ਤੈਨੂੰ ਗੁਰੂ ਅਰਜਨ ਸਾਹਿਬ ਨੇ ਟਾਲ ਕੇ ਭੇਜ ਦਿੱਤਾ ਮੇਰੇ ਕੋਲ। ਉਹ ਤੇ ਸਮੁੰਦਰ ਨੇ ਸ਼ਕਤੀਆਂ ਦੇ, ਉਹ ਕੀ ਨਹੀਂ ਕਰ ਸਕਦੇ। ਖਿਨ ਪਾਲ ਮਾਤਰ ਦੇ ਵਿੱਚ ਸ਼ਰਧਾਲੂਆਂ ਦੀਆਂ ਇੱਛਾਵਾਂ ਪੂਰੀਆਂ ਕਰਨਹਾਰ ਨੇ ਤੇ ਤੈਨੂੰ ਤੇ ਐਵੇਂ ਇੱਥੇ ਭੇਜ ਦਿੱਤਾ। ਮੇਰੇ ਕੋਲੇ ਕੀ ਆ, ਮੈਂ ਕੀ ਕਰ ਸਕਦਾ। ਇਦਾਂ ਦੇ ਬਚਨ ਕਹੇ। ਮਾਤਾ ਜੀ ਵਾਪਸ ਆ ਗਏ, ਗੁਰੂ ਸਾਹਿਬ ਨੂੰ ਸਾਰੀ ਵਿਥਿਆ ਦੱਸੀ। ਮਹਾਰਾਜ ਕਹਿੰਦੇ ਆਏ ਨਹੀਂ ਸੀ ਜਾਣਾ, ਗੰਗਾ ਤੈਨੂੰ ਜਿਵੇਂ ਦੱਸਿਆ ਸੀ ਉਸੇ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਜਾਣਾ ਸੀ। ਤੂੰ ਆਪਣੇ ਹੱਥੀਂ ਆਟਾ ਚੱਕੀ ਨਾਲ ਪੀ, ਆਪਣੇ ਹੱਥੀਂ ਪ੍ਰਸ਼ਾਦੇ ਤਿਆਰ ਕਰ, ਦੁੱਧ ਰਿੜਕ, ਦਹੀਂ ਰਿੜਕ, ਮੱਖਣ ਲੈ ਕੁੱਜੇ ਵਿੱਚ ਰੱਖ ਤੇ ਆਪਣੇ ਸਿਰ ਤੇ ਰੱਖ ਕੇ ਨੰਗੇ ਪੈਰੀ ਜਾ ਤੁਰ ਕੇ ਇੱਥੋਂ ਰੱਥ ਤੇ ਬੈਠ ਕੇ ਨਾ ਜਾਈਂ। ਗੁਰੂ ਸਾਹਿਬ ਦੀ ਬਖਸ਼ਿਸ਼ ਸਿੱਖਿਆ ਦੇਣੀ ਸੀ ਨਾ। ਮਾਤਾ ਜੀ ਨੇ ਇਸ ਤਰ੍ਹਾਂ ਹੀ ਕੀਤਾ ਤੇ ਜਦੋਂ ਦੂਰੋਂ ਹੀ ਵੇਖਿਆ ਮਾਤਾ ਜੀ ਸਿਰ ਤੇ ਪ੍ਰਸ਼ਾਦੇ ਚੱਕੇ ਨੇ, ਲੱਸੀ ਦਾ ਕੁੱਜਾ ਸਿਰ ਤੇ ਰੱਖਿਆ ਹੋਇਆ ਹੈ ਤੇ ਅੱਗੋਂ ਹੋ ਕੇ ਦੌੜ ਕੇ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਵੀ ਮਾਵਾਂ ਨੂੰ ਫਿਕਰ ਹੁੰਦਾ ਨਾ। ਮਾਤਾ ਜੀ ਬੜੀ ਭੁੱਖ ਲੱਗੀ ਸੀ ਤੇ ਮੈਂ ਸੋਚਦਾ ਸੀ ਵੀ ਅੱਜ ਪ੍ਰਸ਼ਾਦਾ ਕਿੱਧਰੋਂ ਆਏਗਾ, ਪਰ ਮਾਤਾ ਤੂੰ ਤੇ ਮਾਤਾ ਨੂੰ ਤੇ ਹਰ ਪੁੱਤਰ ਦਾ ਫਿਕਰ ਹੁੰਦਾ ਹੈ। ਵੇਖੋ ਅਵਸਥਾ ਬਿਰਧ ਹੈ, ਸ਼ਰਧਾ ਇੰਨੀ ਹੈ। ਗੁਰੂ ਕੇ ਮਹਿਲ ਜਾਣ ਕੇ ਮਾਤਾ ਜੀ ਤੋਂ ਬਿਨਾਂ ਬਾਬਾ ਜੀ ਨਹੀਂ ਬੋਲੇ। ਲਿਆ ਮਾਤਾ ਪ੍ਰਸ਼ਾਦਾ, ਆਪ ਲਾਇਆ ਸਿਰ ਤੋਂ, ਬੈਠ ਕੇ ਖੇਤ ਦੇ ਵਿੱਚ ਹੀ ਬੈਠ ਗਏ ਤੇ ਵੀਰ ਆਸਣ ਲਾ ਲਿਆ ਜਿਵੇਂ ਆਮ ਜ਼ਿਮੀਂਦਾਰ ਬਹਿ ਜਾਂਦੇ ਨੇ। ਲਿਆ ਮਾਤਾ ਪ੍ਰਸ਼ਾਦਾ, ਹੱਥ ਤੇ ਰੱਖਿਆ ਪ੍ਰਸ਼ਾਦਾ ਤੇ ਮਾਤਾ ਕੁਝ ਨਾਲ ਛਕਣ ਨੂੰ ਹੈ। ਹਾਂ ਬਾਬਾ ਜੀ ਆ ਗੰਢਾ ਵੀ ਹੈਗਾ ਨਾਲ, ਲਿਆ ਇਹ ਵੀ ਦੇ ਦਿਓ। ਆ ਬਾਬਾ ਜੀ ਲੱਸੀ ਵੀ ਹੈ, ਮੱਖਣ ਹੈ ਵਿੱਚ, ਇਹ ਵੀ ਨਾਲ ਰੱਖੋ। ਲਿਆ ਮਾਤਾ ਜੀ, ਬੜਾ ਤੂੰ ਪਿਆਰ ਕੀਤਾ, ਬੜੀ ਖੇਚਲ ਕੀਤੀ ਮਾਤਾ ਜੀ। ਆਕਾਸ਼ ਦੇ ਵਿੱਚ ਬੱਦਲ ਹੋਏ, ਬਿਜਲੀ ਚਮਕੀ। ਬਾਬਾ ਜੀ ਨੇ ਗੰਢਾ ਵਰਤਨ ਦੀ ਕਾਰਨ ਆਪਣੇ ਗੋਡੇ ਤੇ ਰੱਖਿਆ ਤੇ ਜ਼ੋਰ ਦੀ ਮਾਰਿਆ ਉੱਤੇ ਮੁੱਕਾ ਤੇ ਉਹਦੇ ਵਿੱਚੋਂ ਜਿਹੜੀ ਵਿਚਲੀ ਗੁਟੀਲੀ ਸੀਗੀ ਉਹ ਬੁੜਕ ਕੇ ਦੂਰ ਚਲੀ ਗਈ। ਤੇ ਬਾਬਾ ਜੀ ਕਹਿੰਦੇ ਆਹਾ ਮਾਤਾ ਜੀ, ਘਰ ਦੇ ਵਿੱਚ ਸਾਹਿਬਜ਼ਾਦੇ ਆਉਣ ਵਾਲੇ ਨੇ। ਆ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਚਮਕਦੀ ਐ, ਇਸ ਤਰ੍ਹਾਂ ਬਿਜਲੀ ਚਮਕੇਗੀ। ਤਲਵਾਰ ਚਮਕੇਗੀ ਬਿਜਲੀ ਦੀ ਤਰ੍ਹਾਂ, ਉਸ ਦੀ ਸ੍ਰੀ ਸਾਹਿਬ ਚਮਕੇਗੀ। ਆ ਜਿਸ ਤਰ੍ਹਾਂ ਗੰਢੇ ਦੀ ਗਠੋਲੀ ਦੂਰ ਚਲੀ ਗਈ ਨਾ, ਇਸ ਤਰ੍ਹਾਂ ਜ਼ਾਲਮ ਲੋਕਾਂ ਦੇ ਸਿਰ ਫੇ ਦੇਵੇਗਾ ਤੇ ਗਠੀਲੀ ਦੀ ਤਰ੍ਹਾਂ ਦੌੜ ਕੇ ਦੂਰ ਡਿੱਗਣਗੇ ਜਾ ਕੇ। ਇਹੋ ਜਿਹਾ ਯੋਧਾ ਮਹਾਬਲੀ ਹੋਵੇਗਾ। ਬੜੀਆਂ ਪ੍ਰਸੰਨਤਾ ਭਰੇ ਬਚਨ ਕੀਤੇ। ਮਾਤਾ ਜੀ ਵਾਪਸ ਆਏ, ਗਦਗਦ ਹੋਏ ਤੇ ਫਿਰ ਕੁਝ ਸਮੇਂ ਬਾਅਦ ਸਮਾਂ ਪਾ ਕੇ ਸਾਧ ਸੰਗਤ ਜੀ ਫਿਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟਿਆ ਪੂਤ ਗੋਬਿੰਦ ਕਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਫਿਰ ਪੁੱਤਰ ਪੈਦਾ ਹੋਇਆ। ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ, ਕਹਿੰਦੇ ਸਾਰਿਆਂ ਵਿੱਚ ਪ੍ਰਗਟ ਹੋ ਗਿਆ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ। ਇਹ ਭਾਈ ਆਪਣੇ ਸੇਵਕਾਂ ਨੂੰ, ਸੰਤਾਂ ਨੂੰ ਵਡਿਆਈ ਦੇਣ ਵਾਸਤੇ ਇੱਥੇ ਬੜੀਆਂ ਸ਼ੰਕਾਵਾਂ ਖੜੀਆਂ ਕਰਦੇ, ਬਾਬਾ ਬੁੱਢਾ ਜੀ ਕੋਲ ਕਿਉਂ ਭੇਜਿਆ। ਇਹ ਤੇ ਭਾਈ ਸਦਾ ਵਾਸਤੇ ਇੱਕ ਬਖਸ਼ਿਸ਼ ਸਥਿਰ ਕਰਨੀ ਸੀ। ਅੱਜ ਵੀ ਬੇਅੰਤ ਬੀਬੀਆਂ ਸ਼ਰਧਾ ਭਾਵਨਾ ਦੇ ਨਾਲ ਹੱਥੀਂ ਆਟਾ ਪੀ ਕੇ, ਮਿੱਸੇ ਪ੍ਰਸ਼ਾਦੇ ਲਿਜਾ ਕੇ
ਉਸੇ ਹੀ ਸ਼ਰਧਾ ਦੇ ਨਾਲ ਬਾਬਾ ਜੀ ਦੇ ਸਥਾਨ ਤੇ ਬੀੜ ਬਾਬਾ ਬੁੱਢਾ ਜੀ ਲੈ ਕੇ ਜਾਂਦੀਆਂ ਨੇ। ਅੱਜ ਵੀ ਝੋਲੀਆਂ ਭਰ ਰਹੇ ਨੇ ਬਾਬਾ ਜੀ। ਗ੍ਰੰਥੀ ਸਿੰਘ ਅਰਦਾਸ ਕਰਦਾ ਕਿ ਮਹਾਰਾਜ ਇਹ ਬੀਬੀ ਉਸੇ ਭਾਵਨਾ ਦੇ ਨਾਲ ਆਈ ਜਿਸ ਤਰ੍ਹਾਂ ਮਾਤਾ ਗੰਗਾ ਜੀ ਕਦੇ ਆਏ ਸੀ, ਕਿਰਪਾ ਕਰਿਓ। ਅੱਜ ਵੀ ਪੁੱਤਾਂ ਦੀ ਦਾਤ ਬਖਸ਼ਿਸ਼ ਹੋ ਰਹੀ ਹੈ। ਸਾਧ ਸੰਗਤ ਜੀ, ਇਹ ਸਦਾ ਵਰਤ ਲਾਉਣਾ ਸੀ ਮਹਾਰਾਜ ਨੇ। ਕਰਤੇ ਆਪ ਵੀ ਸਭ ਕੁਝ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰੇ ਘਾਟਾ ਸੀ ਕੋਈ ਨਹੀਂ। ਆਪਣੇ ਸੰਤਾਂ ਨੂੰ ਵਡਿਆਈ ਦੇਣੀ ਸੀ, ਆਪਣੇ ਭਗਤਾਂ ਸ਼ਰਧਾਲੂਆਂ ਨੂੰ ਵਡਿਆਈ ਦੇਣੀ ਸੀ, ਆਪਣੇ ਅਨੰਨ ਸੇਵਕ ਬਾਬਾ ਬੁੱਢਾ ਜੀ ਨੂੰ ਇਹ ਬਖਸ਼ੀਆਂ ਦੇਣੀਆਂ ਸਨ। ਇਸ ਕਰਕੇ ਅੱਜ 21 ਤੇ 22 ਅੱਸੂ ਦਾ ਮਹਾਨ ਮੇਲਾ ਲੱਗਦਾ। ਸਾਧ ਸੰਗਤ ਦੂਰਾਂ ਦਰੜਿਆਂ ਤੋਂ ਸੰਗਤਾਂ ਜਾਂਦੀਆਂ ਨੇ। ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਕਿ ਆਪਣੇ ਸੰਤਾਂ ਉੱਪਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤਾਂ ਉੱਪਰ, ਪਿਆਰਿਆਂ ਉੱਪਰ ਇਹੋ ਜੀ ਬਖਸ਼ਿਸ਼ ਕਰ ਦਿੰਦੇ ਹਨ। ਗੁਰ ਰੰਗ ਚਲੂ ਲੈ ਰਾਤੀ, ਜਿਹੜੇ ਭਾਈ ਗੁਰੂ ਦੇ ਨਾਮ ਰੰਗ ਵਿੱਚ, ਗੂੜੇ ਰੰਗ ਵਿੱਚ ਰੰਗੇ ਜਾਂਦੇ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ। ਇਸ ਰੰਗ ਵਿੱਚ ਜਿਹੜੇ ਰੰਗੇ ਜਾਂਦੇ ਨੇ ਉਹਨਾਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਬਖਸ਼ਿਸ਼ਾਂ ਕਰ ਦਿੰਦੇ ਨੇ। ਹਰ ਹਰ ਭਗਤ ਬਣੀ ਅਤ ਸੋਭਾ, ਜਿਨ੍ਹਾਂ ਨੇ ਭਾਈ ਹਰੀ ਪ੍ਰਮਾਤਮਾ ਦੇ ਨਾਮ ਦੀ ਹਰ ਸਮੇਂ ਭਗਤੀ ਕੀਤੀ, ਨਾਮ ਜਪਿਆ, ਉਸ ਨਾਮ ਦੀ ਮਹਿਮਾ ਕਰਕੇ ਉਹਨਾਂ ਭਗਤਾਂ ਦੀ ਵੀ ਜੁਗਾ ਜੁਗੰਤਰਾਂ ਵਿੱਚ ਸੋਭਾ ਵਡਿਆਈ ਹੋ ਗਈ। ਜਿਨ ਹਰਮਨ ਵਸਿਆ ਸੇਧਦਾਰ ਸਾਚੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਈ ਨਾ ਮੇਟਣ ਹਾਰਾ, ਕੋਈ ਮੇਟ ਹੀ ਨਹੀਂ ਸਕਦਾ। ਲੱਖ ਯਤਨ ਕਰ ਲਵੇ, ਕੋਈ ਨਿੰਦਾ ਕਰ ਲਵੇ, ਪਰ ਉਹਨਾਂ ਦੀ ਵਡਿਆਈ ਦਿਨੋਂ ਦਿਨ ਚੜ੍ਹਦੀ ਜਾਵੇਗੀ। ਇਸ ਕਰਕੇ ਭਾਈ ਜਿਨ੍ਹਾਂ ਨੇ ਹਰੀ ਪਰਮਾਤਮਾ ਦੀ ਹਰ ਸਮੇਂ ਭਾਉ ਭਗਤੀ ਵਿੱਚ ਆਪਣੀ ਜ਼ਿੰਦਗੀ ਲਾ ਦਿੱਤੀ, ਉਹਨਾਂ ਦੀ ਸੋਭਾ ਵਡਿਆਈ ਦੂਣੀ ਚੌਣੀ ਮਹਾਰਾਜ ਕਰਵਾ ਦਿੰਦੇ ਨੇ। ਹਰ ਜਪਿਓ ਊਤਮ ਪਾਤੀ, ਜਿਨ੍ਹਾਂ ਨੇ ਭਾਈ ਪਰਮਾਤਮਾ ਦਾ ਨਾਮ ਜਪਿਆ, ਪਾਤੀ ਨਾਮ ਪੰਗਤੀ ਦਾ, ਉਹ ਕਹਿੰਦੇ ਉੱਤਮ ਭਗਤੀ, ਉੱਤਮ ਜਾਤੀ ਉਹਨਾਂ ਦੀ ਮੰਨੀ ਗਈ। ਜਿਹੜੀਆਂ ਜਾਤੀਆਂ ਅਸੀਂ ਮੰਨੀਆਂ ਨਾ, ਤੇ ਫਿਰ ਤਾਂ ਭਗਤ ਰਵਿਦਾਸ ਜੀ ਕਦੇ ਵੀ ਉੱਤਮ ਨਾ ਹੁੰਦੇ, ਭਗਤ ਕਬੀਰ ਜੀ ਨਾ ਹੁੰਦੇ, ਜਿਨ੍ਹਾਂ ਦੀ ਬਾਣੀ ਨੂੰ ਰੋਜ਼ ਨਮਸਕਾਰਾਂ ਕਰਦੇ ਆ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਉੱਤਮ ਪਾਤੀ, ਉਹ ਪੰਗਤੀਆਂ ਉੱਤਮ ਹੋ ਗਈਆਂ, ਉਹ ਜਾਤੀਆਂ ਉੱਤਮ ਹੋ ਗਈਆਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਪ੍ਰਮਾਤਮਾ ਦੇ ਨਾਮ ਦੀ ਭਗਤੀ ਕੀਤੀ। ਆਪੇ ਠਾਕੁਰ ਆਪੇ ਸੇਵਕ, ਆਪੇ ਹੀ ਤੇ ਮਹਾਰਾਜ ਆਪ ਮਾਲਕ ਹੈ। ਆਪੇ ਹੀ ਬਾਬਾ ਬੁੱਢਾ ਜੀ ਵਰਗਿਆਂ ਨੂੰ ਸੇਵਕ ਬਣਾ ਕੇ ਦੁਨੀਆ ਵਿੱਚ ਪ੍ਰਗਟ ਕਰ ਦਿੱਤਾ, ਆਪਣੀ ਸ਼ਕਤੀ ਵਰਤਾ ਦਿੱਤੇ। ਆਪ ਬਣਾਵੇ ਭਾਤੀ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜੀ ਮਰਜ਼ਾਦਾ ਬਣਾ ਦਿੰਦੇ ਨੇ, ਇਹੋ ਜੀ ਭਾਂਤੀ ਮਰਜ਼ਾਦਾ ਰੀਤ ਬਣਵਾ ਦਿੰਦੇ ਹਨ। ਨਾਨਕ ਜਨ ਤੁਮਰੀ ਸਰਣਾਈ, ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਦੇ ਨੇ ਕਿ ਗੁਰੂ ਕੇ ਸਿੱਖੋ, ਸ਼ਰਧਾ ਭਾਵਨਾ ਦੇ ਨਾਲ ਇਹ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਆਪ ਜੀ ਦੀ ਸ਼ਰਨ ਵਿੱਚ ਜੋਦਰੀ ਕਰਨ ਵਾਸਤੇ ਆਏ ਹਾਂ, ਅਰਦਾਸ ਕਰਨ ਵਾਸਤੇ ਆਏ ਹਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ਾਂ ਕਰੋ, ਰਹਿਮਤਾਂ ਕਰੋ ਜੀ। ਹਰ ਰਾਖੂ ਲਾਜ ਭਗਾਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਆਪਣੇ ਭਗਤਾਂ ਦੀ ਲਾਜ ਰੱਖਦੇ ਹੋ ਨਾ, ਇਸੇ ਤਰ੍ਹਾਂ ਸਾਡੀ ਵੀ ਲਾਜ ਰੱਖਣੀ ਕਰੋ। ਮਹਾਰਾਜ ਸਾਡਾ ਵੀ ਜੀਵਨ ਸਫਲਾ ਹੋ ਜੇ, ਸਾਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਹੋ ਜਾਵੇ। ਪੰਜਾਂ ਪਿਆਰਿਆਂ ਤੋਂ ਮਿਲੀ ਸਿੱਖਿਆ ਨੂੰ ਅਸੀਂ ਗ੍ਰਹਿਣ ਕਰ ਲਈਏ, ਧਾਰਨ ਕਰ ਲਈਏ, ਤੇ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਫਿਰ ਪ੍ਰਪੱਕਤਾ ਦੇ ਨਾਲ ਪੰਜਾਂ ਵਕਾਰਾਂ ਤੋਂ ਬਚੀਏ, ਪੰਜਾਂ ਕਕਾਰਾਂ ਦੀ ਰਹਿਤ ਰੱਖੀਏ, ਗੁਰੂ ਕੇ ਸਿੱਖ ਬਣੀਏ। ਸਤਿਗੁਰੂ ਦੀ ਸਾਡੇ ਤੇ ਫਿਰ ਰਹਿਮਤ ਹੋਵੇਗੀ, ਕਿਰਪਾ ਹੋਵੇਗੀ। ਇਹ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਭਾਈ ਸਤਿਗੁਰੂ ਦੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਧੰਨ ਹਨ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਬੇਅੰਤ ਸੇਵਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਵੀ ਰਹੇ। ਪੰਚਮ ਪਾਤਸ਼ਾਹ ਜੀ ਨੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਣਾ ਕੀਤਾ ਸੀ। ਤੇ ਜੇ ਯੁੱਧ ਦੀ ਗੱਲ ਕਰੀਏ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਬਾਬਾ ਬੁੱਢਾ ਜੀ ਯੁੱਧ ਦੇ ਵੀ ਧਾਰਨੀ ਰਹੇ, ਯੁੱਧ ਦੇ। ਤੇ ਜੇ ਭਗਤੀ ਦੀ ਗੱਲ ਕਰੀਏ ਸਾਧ ਸੰਗਤ, ਇਹ ਤੇ ਅਨੰਨ ਭਗਤ ਕੋਈ ਇਹੋ ਜਿਹਾ ਹੋ ਹੀ ਨਹੀਂ ਸਕਦਾ। ਤੇ ਜੇ
ਹੁਕਮ ਮੰਨਣ ਦੀ ਗੱਲ ਕਰੀਏ ਤੇ ਸਾਧ ਸੰਗਤ ਥੋੜੀ ਜਿਹੀ ਸੇਵਾ ਕਰੀਏ ਨਾ ਤੇ ਮਨ ਵਿੱਚ ਹੰਕਾਰ ਆ ਜਾਂਦਾ ਹੈ। ਜਿਹੜੀ ਅਵਸਥਾ ਬਾਬਾ ਬੁੱਢਾ ਜੀ ਦੀ ਸੀ ਉਸ ਸਮੇਂ, ਸਾਧ ਸੰਗਤ ਲਗਭਗ 80 ਸਾਲਾਂ ਦੀ ਉਮਰ, ਤੇ ਇਹ ਤੋਂ ਪਹਿਲਾਂ 4 ਗੁਰੂ ਸਾਹਿਬਾਨਾਂ ਦੇ ਨਾਲ ਹਰ ਤਰ੍ਹਾਂ ਦਾ ਹੁਕਮ ਮੰਨ ਕੇ ਸੇਵਾ ਨਿਭਾਈ ਤੇ ਫਿਰ ਕਿਹਾ ਕਿ ਤੁਸੀਂ ਹੁਣ ਬੀੜ ਵਿੱਚ ਜਾ ਕੇ ਖੇਤੀ ਕਰਨੀ ਹੈ, ਪਸ਼ੂ ਪਾਲਣੇ ਹਨ। ਸਤ ਬਚਨ ਜੀ ਕਿ ਹੋਈ ਹੈ ਮਨ ਵਿੱਚ ਰਤੀ ਮਾਤਰ ਵੀ ਹੰਕਾਰ ਹੈ ਕਿ ਮੈਂ ਤਾਂ ਐਡਾ ਵੱਡਾ ਸੇਵਕ ਤੇ ਮੈਨੂੰ ਹੁਣ ਖੇਤਾਂ 'ਚ ਭੇਜ ਦਿੱਤਾ, ਆਪਦੀ ਸੇਵਾ ਇੱਥੋਂ ਛੁਡਵਾ ਦਿੱਤੀ। ਨਹੀਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮ ਕੇ ਮਹਿਲ ਪਾਏ ਸੀ, ਤਾਂ ਹੀ ਮਹਿਲ ਪ੍ਰਾਪਤ ਹੁੰਦਾ। ਇਸ ਵਾਸਤੇ ਸਾਧ ਸੰਗਤ ਹੁਕਮ ਮੰਨਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦੁੱਖ ਸੁੱਖ ਦੇ ਵਿੱਚ ਆਗਿਆ ਵਿੱਚ ਰਹਿਣਾ, ਇਹ ਗੁਰੂ ਕੇ ਸਿੱਖਾਂ ਦਾ ਸਾਧ ਸੰਗਤ ਜੀ ਜੀਵਨ ਹੈ। ਮਹਾਰਾਜ ਜੀ ਨੇ ਇਹ ਜੀਵਨ ਤੇ ਚੱਲਣ ਵਾਸਤੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ